ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਤਜੇ ਨਹਿ ਤਜਿਓ ਸਰੀਰ, ਪਛਤਾਵਤ ਚਿਤ ਭਏ ਅਧੀਰ। ਪਿਖੈ ਪਰਸ ਪਰ ਲਿਖਤੇ ਜਾਏ, ਹੋਏ ਉਦਾਸ ਗੁਰੂ ਲਿਖਵਾਹੇ। ਗੁਰੂ ਤਜੇ ਨਹਿ ਤਜਿਓ ਸਰੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵੈ ਹੈ। ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ ਹਨ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਸਾਰੇ ਦੇਵਤੇ ਤੇ ਸਾਰੀਆਂ ਦੇਵੀਆਂ ਧਿਆਉਂਦੇ ਹਨ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਸਾਰੇ ਦੇਵਤੇ ਨਮਸਕਾਰਾਂ ਕਰਦੇ ਹਨ। ਐਸੇ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜੇ ਹੋਏ ਸੁੰਦਰ ਦੀਵਾਨ ਅੰਮ੍ਰਿਤ ਬਾਣੀ ਦਾ ਕੀਰਤਨ ਹੋਇਆ ਹੈ। ਹੁਣ ਲੜੀਵਾਰ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਦੀ ਕਥਾ ਦਾ ਸਮਾਂ ਹੋਇਆ ਹੈ। ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ। ਆਪਣੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਦਾ, ਸਤ ਸੰਗਤ ਕਰਨ ਦਾ ਸੁਭਾਗ ਗੁਰੂ ਸਾਹਿਬ ਜੀ ਨੇ ਬਖਸ਼ਿਆ ਹੈ। ਲੜੀਵਾਰ ਰੂਪ ਦੇ ਵਿੱਚ ਜਿਸ ਪ੍ਰਕਾਰ ਦੇ ਨਾਲ ਭੁੱਖ ਦੇ ਦੁੱਖ ਤੋਂ ਤੰਗ ਆ ਕਰਕੇ ਔਰ ਔਰੰਗਜ਼ੇਬ ਬਾਦਸ਼ਾਹ ਤੇ ਪਹਾੜੀ ਰਾਜਿਆਂ ਨੇ ਜੋ ਕਸਮਾਂ ਖਾਧੀਆਂ, ਉਹਨਾਂ ਨੂੰ ਵੇਖ ਕਰਕੇ ਸਿੰਘਾਂ ਨੇ ਸਤਿਗੁਰੂ ਸਾਹਿਬ ਜੀ ਨੂੰ ਬੇਨਤੀਆਂ ਕੀਤੀਆਂ। ਮਾਤਾ ਜੀ ਨੂੰ ਬੇਨਤੀ ਕਰਕੇ ਸਤਿਗੁਰਾਂ ਨੂੰ ਕਹਿਣ ਵਾਸਤੇ ਆਖਿਆ, ਤੇ ਜਿਵੇਂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਕਿ ਇਹਨਾਂ ਦੀਆਂ ਕਸਮਾਂ ਤੇ ਇਤਬਾਰ ਨਾ ਕਰੋ, ਇਹ ਝੂਠੇ ਲੋਕ ਹਨ, ਪਹਿਲਾਂ ਵੀ ਅਸੀਂ ਪਰਖ ਕਰਕੇ ਵਿਖਾ ਦਿੱਤਾ ਹੈ। ਫਿਰ ਵੀ ਜੇ ਤੁਸੀਂ ਜਾਣਾ ਚਾਹੁੰਦੇ ਹੋ ਤੇ ਵਿਦਾਵਾ ਲਿਖ ਕਰਕੇ ਚਲੇ ਜਾਓ। ਆਪਣੇ ਪਾਸ ਗੁਰੂ ਸਾਹਿਬ ਜੀ ਨੇ ਇੱਕ ਵੱਡਾ ਸਾਰਾ ਕਾਗਜ਼ ਰਖਵਾ ਲਿਆ, ਕਲਮ ਤੇ ਸ਼ਾਹੀ ਰਖਵਾ ਲਈ। ਉਸ ਵੇਲੇ ਸਿੰਘ ਛੱਡਣਾ ਤਾਂ ਨਹੀਂ ਚਾਹੁੰਦੇ ਮਹਾਰਾਜ ਸਾਹਿਬ ਜੀ ਨੂੰ, ਪਰ ਭੁੱਖ ਦਾ ਦੁੱਖ, ਭੁੱਖ ਦਾ ਕਸ਼ਟ ਸਹਾਰਿਆ ਨਹੀਂ ਜਾਂਦਾ ਹੈ। ਤੇ ਬਦਾਵਾ ਲਿਖ ਕਰਕੇ ਹੁਣ ਚੱਲੇ ਹਨ। ਲਾਗੇ ਲਿਖਣ ਵਿਦਾਵਾ ਸਾਰੇ, ਚਾਹੇ ਬਚਾਇਓ ਪ੍ਰਾਣਨ ਪਿਆਰੇ। ਆਪਣੇ ਪ੍ਰਾਣਾਂ ਨੂੰ ਬਚਾਉਣਾ ਚਾਹੁੰਦੇ।
ਮਹਾ ਕਸ਼ਟ ਸਭ ਕੋ ਤਬ ਹੋਵਾ, ਕਰਿਓ ਜੋ ਪ੍ਰਾਣ ਸੋ ਸਗਰੋ ਖੋਵਾ। ਜਦੋਂ ਬਦਾਵਾ ਲਿਖ ਰਹੇ ਆ ਨਾ ਸਿੰਘ, ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆਨੰਦਗੜ੍ਹ ਕਿਲੇ ਦੇ ਅੰਦਰ, ਤੇ ਨਾਲੇ ਆਪਣੇ ਹਿਰਦੇ 'ਚ ਵਿਚਾਰ ਕਰ ਰਹੇ ਆ ਵੀ ਜਿਹੜਾ ਪ੍ਰਣ ਕੀਤਾ ਸੀ ਉਹ ਸਾਰਾ ਹੀ ਟੁੱਟ ਗਿਆ। ਪ੍ਰਣ ਕੀਤਾ ਸੀ ਵੀ ਕਲਗੀਧਰ ਪਾਤਸ਼ਾਹ ਆਪ ਜੀ ਨੂੰ ਨਹੀਂ ਛੱਡਾਂਗੇ, ਭਾਵੇਂ ਪ੍ਰਾਣ ਨਿਕਲ ਜਾਣ, ਭਾਵੇਂ ਜਾਨ ਚਲੀ ਜਾਵੇ, ਪਰ ਸਤਿਗੁਰੂ ਜੀ ਆਪ ਜੀ ਦਾ ਸਾਥ ਨਹੀਂ ਛੱਡਾਂਗੇ। ਹੁਣ ਬਦਾਵਾ ਲਿਖ ਰਹੇ ਆ। ਬਿਦਾਵੇ ਦਾ ਮਤਲਬ ਆ ਵੀ ਸਾਡਾ ਗੁਰੂ ਸਾਹਿਬ ਜੀ ਉੱਤੇ ਕੋਈ ਦਾਵਾ ਨਹੀਂ, ਵੀ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ। ਜਿਸ ਵੇਲੇ ਇਹ ਗੱਲ ਲਿਖ ਰਹੇ ਆ ਤੇ ਬਹੁਤ ਜ਼ਿਆਦਾ ਕਸ਼ਟ ਹੈ। ਤਾਂ ਇਸ ਤੋਂ ਅੱਗੇ ਕੀ ਹੋਇਆ, ਕਿਵੇਂ ਸਿੰਘ ਗਏ, ਇਹ ਕੁਝ ਪ੍ਰਸੰਗ ਆਪਾਂ ਕੱਲ ਸਾਧ ਸੰਗਤ ਜੀ ਸਰਵਣ ਕੀਤਾ ਸੀ। ਇਸ ਤੋਂ ਅਗਲਾ ਪ੍ਰਸੰਗ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਧਿਆਨ ਧਰਦਿਆਂ ਹੋਏ ਆ। ਜਿਵੇਂ 4 ਚੁਫੇਰੇ ਵੱਡਾ ਭਾਰੀ ਘੇਰਾ ਪਿਆ ਹੋਇਆ ਹੈ, 7 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ, ਤੇ ਹੁਣ ਸਿੰਘ ਬਦਾਵਾ ਲਿਖ ਕਰਕੇ ਚੱਲੇ ਹਨ। ਫਿਰ ਸਤਿਗੁਰੂ ਸਾਹਿਬ ਜੀ ਵੀ ਕਿਵੇਂ ਆਨੰਦਪੁਰ ਸਾਹਿਬ ਛੱਡਦੇ ਆ। ਸਤਿਗੁਰਾਂ ਦਾ ਧਿਆਨ ਧਰਦਿਆਂ ਹੋਇਆਂ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਤਜੇ ਨਹਿ ਤਜਿਓ ਸਰੀਰ। ਨਾਲੇ ਬਦਾਵਾ ਲਿਖ ਰਹੇ ਆ, ਆਪੋ ਆਪਣਾ ਨਾਮ ਲਿਖ ਰਹੇ ਆ, ਤੇ ਨਾਲੇ ਕਹਿ ਰਹੇ ਆ ਕਿ ਗੁਰੂ ਤਜੇ, ਕਿ ਅਸੀਂ ਗੁਰੂ ਸਾਹਿਬ ਜੀ ਨੂੰ ਛੱਡ ਦਿੱਤਾ ਹੈ। ਜਿਹੜਾ ਸਾਡਾ ਪ੍ਰਾਣ ਸੀ ਉਹ ਪ੍ਰਾਣ ਨਹੀਂ ਅਸੀਂ ਨੇਪਰੇ ਚਾੜਿਆ। ਨਹਿ ਤਜਿਓ ਸਰੀਰ, ਅਸੀਂ ਕਿਹਾ ਸੀ ਵੀ ਸਰੀਰ ਭਾਵੇਂ ਤਿਆਗ ਦਿੱਤਾ ਜਾਵੇ, ਸਰੀਰ ਭਾਵੇਂ ਛੁੱਟ ਜਾਵੇ, ਪਰ ਸਤਿਗੁਰੂ ਜੀ ਆਪ ਜੀ ਨੂੰ ਨਹੀਂ ਛੱਡਾਂਗੇ। ਇਹ ਪ੍ਰਣ ਸੀ ਵੀ ਸੀਸ ਦਿਆਂਗੇ ਪਰ ਗੁਰੂ ਨਹੀਂ ਤਿਆਗਾਂਗੇ। ਪਰ ਹੁਣ ਗੁਰੂ ਸਾਹਿਬ ਜੀ ਨੂੰ ਅਸੀਂ ਛੱਡਿਆ ਏ, ਆਪਣਾ ਸਰੀਰ ਨਹੀਂ ਤਿਆਗਿਆ, ਕਿ ਆਪਣੇ ਸਰੀਰ ਦਾ ਪਿਆਰ ਨਹੀਂ ਛੁੱਟਾ। ਸਰੀਰ ਤੋਂ ਉੱਪਰ ਉੱਠਣਾ ਬਹੁਤ ਵੱਡੀ ਗੱਲ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ ਤੇ ਤਾਂ ਹੀ ਸਰੀਰ ਦੇ ਮੋਹ ਤੋਂ ਉੱਪਰ ਉੱਠਿਆ ਜਾ ਸਕਦਾ ਹੈ, ਨਹੀਂ ਤੇ ਸਰੀਰ ਦਾ ਮੋਹ ਬੜਾ ਵੱਡਾ ਹੈ, ਪ੍ਰਬਲ ਹੈ। ਸਰੀਰ ਦੇ ਮੋਹ ਕਰਕੇ ਕਹਿਣ ਲੱਗੇ ਕਿ ਹੁਣ ਅਸੀਂ ਗੁਰੂ ਨੂੰ ਤਿਆਗ ਰਹੇ ਹਾਂ, ਸਤਿਗੁਰਾਂ ਨੂੰ ਛੱਡ ਕੇ ਚੱਲੇ ਹਾਂ, ਵੀ ਸਾਡਾ ਸਰੀਰ ਨਹੀਂ ਛੁੱਟਾ ਹੈ। ਸਰੀਰ ਨੂੰ ਬਚਾਉਣ ਵਾਸਤੇ, ਆਪਣੇ ਪ੍ਰਾਣ ਬਚਾਉਣ ਵਾਸਤੇ ਹੁਣ ਗੁਰੂ ਸਾਹਿਬ ਜੀ ਨੂੰ ਅਸੀਂ ਬਦਾਵਾ ਦੇ ਕਰਕੇ ਚੱਲੇ ਹਾਂ। ਪਛਤਾਵਤ ਚਿਤ ਭਏ ਅਧੀਰ। ਚਿੱਤ ਵਿੱਚ ਧੀਰਜ ਨਹੀਂ ਰਹਿ ਗਈ ਹੈ। ਚਿੱਤ ਧੀਰਜ ਤੋਂ ਰਹਿਤ ਹੋ ਗਏ ਆ ਤੇ ਪਛਤਾਤਾਪ ਕਰਦੇ। ਇਹ ਨਹੀਂ ਵੀ ਪਛਤਾਵਾ ਨਹੀਂ ਹੈ, ਦੁੱਖ ਬੜਾ ਵੱਡਾ ਹੈ, ਪਛਤਾਵਾ ਬੜਾ ਵੱਡਾ ਹੈ। ਕਿ ਅਸੀਂ ਪ੍ਰਾਣਤਾ ਕੀਤਾ ਸੀ, ਭਾਵੇਂ ਸਰੀਰ ਤਿਆਗਣਾ ਪੈ ਜਾਵੇ ਤਿਆਗ ਦਿਆਂਗੇ, ਪਰ ਸਤਿਗੁਰੂ ਜੀ ਆਪ ਜੀ ਦਾ ਸਾਥ ਨਹੀਂ ਛੱਡਾਂਗੇ। ਪਰ ਹੁਣ ਭੁੱਖ ਦਾ ਦੁੱਖ ਨਹੀਂ ਜਰਿਆ ਜਾ ਰਿਹਾ, ਇਸ ਕਰਕੇ ਗੁਰੂ ਸਾਹਿਬ ਨੂੰ ਛੱਡ ਕੇ ਬਦਾਵਾ ਲਿਖ ਕੇ ਜਾ ਰਹੇ ਹਾਂ ਤੇ ਪਛਤਾਤਾਪ ਕਰ ਰਹੇ। ਧੀਰਜ ਨਹੀਂ ਇਹ ਚਿੱਤ ਦੇ ਵਿੱਚ ਰਹਿ ਗਿਆ। ਪਰ ਬਦਾਵਾ ਬਹੁਤ ਵੱਡੇ ਦੁੱਖ ਦੇ ਕਾਰਨ ਲਿਖਿਆ ਹੈ, ਬਹੁਤ ਵੱਡਾ ਦੁੱਖ। ਤੇ ਹੁਣ ਦੇ ਸਮੇਂ ਦੇ ਵਿੱਚ ਆਪਾਂ ਵੇਖੀਏ ਤੇ ਹੁਣ ਦੇ ਸਮੇਂ ਵਿੱਚ ਬਹੁਤ ਵੱਡੇ ਸੁੱਖਾਂ ਦੇ ਵਿੱਚ ਬਦਾਵਾ ਲਿਖਿਆ ਜਾਂਦਾ। ਉਹਨਾਂ ਸਿੰਘਾਂ ਨੇ ਕਈ ਮਹੀਨੇ ਭੁੱਖ ਕੱਟ ਕੇ, ਭੁੱਖ ਦੇ ਦੁੱਖ ਤੋਂ ਤੰਗ ਆ ਕਰਕੇ ਬਦਾਵਾ ਲਿਖਿਆ। ਤੇ ਹੁਣ ਦੇ ਸਮੇਂ ਦੇ ਵਿੱਚ ਸਿੱਖ ਰੱਜ ਕੇ ਬਦਾਵਾ ਲਿਖਦਾ ਹੈ। ਰੱਜਿਆ ਹੋਇਆ, ਜ਼ਿਆਦਾ ਰੱਜਿਆ ਹੋਇਆ ਬਦਾਵਾ ਦਿੰਦਾ ਗੁਰੂ ਸਾਹਿਬ। ਕੇਸਾਂ ਦੀ ਬੇਅਦਬੀ ਕਰਨੀ, ਗੁਰੂ ਕੀ ਦੱਸੀ ਹੋਈ ਰਹਿਤ ਵਿੱਚ ਫਰਕ ਪਾਉਣਾ, ਗੁਰੂ ਕਾ ਖੰਡੇ ਬਾਟੇ ਦਾ ਅੰਮ੍ਰਿਤ ਨਾ ਛਕਣਾ, ਗੁਰੂ ਸਾਹਿਬ ਜੀ ਦੀ ਦੱਸੀ ਹੋਈ ਮਰਿਆਦਾ ਵਿੱਚ ਨਾ ਚੱਲਣਾ, ਸਤਿਗੁਰੂ ਜੀ ਦਾ ਦਿੱਤਾ ਹੋਇਆ ਨਿਤਨੇਮ ਨਾ ਕਰਨਾ, ਇਹ ਸਾਰਾ ਬਦਾਵਾ ਹੀ ਤਾਂ ਦਿੱਤਾ ਹੋਇਆ। ਨਿਤਨੇਮ ਨਾ ਕਰਨਾ, ਰਹਿਤ ਵਿੱਚ ਨਾ ਰਹਿਣਾ, ਸਾਬਤ ਸੂਰਤ ਦਸਤਾਰ ਸਿਰਾ,
ਵਾਲੇ ਸਿਧਾਂਤ ਨੂੰ ਨਾ ਧਾਰਨ ਕਰਨਾ, ਕੇਸਾਂ ਦੀ ਜਾਣ-ਬੁੱਝ ਕੇ ਬੇਅਦਬੀ ਕਰਨੀ, ਇਹ ਸਾਰੇ ਬਦਾਵੇ ਦਿੱਤੇ ਹੋਏ ਹਨ। ਇਸ ਸਮੇਂ ਵਿੱਚ ਸੁੱਖ ਦੇ ਵਿੱਚ ਬਦਾਵਾ ਦਿੱਤਾ ਹੋਇਆ ਹੈ। ਉਹਨਾਂ ਸਿੰਘਾਂ ਨੇ ਬਹੁਤ ਜ਼ਿਆਦਾ ਦੁੱਖ ਵਿੱਚ ਬਦਾਵਾ ਦਿੱਤਾ ਸੀ ਤੇ ਪਛਤਾਵਾ ਵੀ ਕੀਤਾ ਸੀ। ਹੁਣ ਤਾਂ ਸਿੱਖ ਬਦਾਵਾ ਦੇ ਕੇ ਪਛਤਾਵਾ ਵੀ ਨਹੀਂ ਕਰਦਾ ਤੇ ਉਹ ਧੀਰਜ ਤੋਂ ਰਹਿਤ ਹੋ ਰਹੇ ਆ ਤੇ ਨਾਲੇ ਪਛਤਾਵਾ ਕਰ ਰਹੇ ਹਨ। ਲਿਖੈ ਪਰਸਪਰ ਲਿਖਤੇ ਜਾਏ, ਨਾਲੇ ਆਪਸ ਵਿੱਚ ਵੇਖਦੇ ਆ ਤੇ ਨਾਲੇ ਲਿਖਦੇ ਜਾਂਦੇ ਆ। ਬਦਾਵੇ ਦੇ ਕਾਗਜ਼ ਉੱਤੇ ਲਿਖ ਕੇ ਮਹਾਰਾਜ ਨੇ ਆਖਿਆ ਜਿੰਨੇ ਜਾਣਾ ਲਿਖੀ ਜਾਓ ਤੇ ਲਿਖੀ ਜਾ ਰਹੇ ਆ ਤੇ ਨਾਲੇ ਆਪਸ ਵਿੱਚ ਵੇਖਦੇ ਆ। ਤੇ ਸਤਿਗੁਰੂ ਸਾਹਿਬ ਜੀ ਵੀ ਵੇਖ ਰਹੇ ਆ ਉਹਨਾਂ ਸਿੱਖਾਂ ਦੇ ਵੱਲੇ ਤੇ ਉਹ ਨੀਵੀਆਂ ਪਾ ਕਰਕੇ ਲਿਖੀ ਜਾ ਰਹੇ ਹਨ। ਹੋਏ ਉਦਾਸ ਗੁਰੂ ਲਿਖਵਾਹੇ, ਉਸ ਵੇਲੇ ਗੁਰੂ ਸਾਹਿਬ ਵੀ ਉਦਾਸ ਹੋਏ ਆ। ਮਹਾਰਾਜ ਉਦਾਸ ਹੋ ਕਰਕੇ ਸਿੱਖਾਂ ਤੋਂ ਲਿਖਵਾ ਰਹੇ ਆ ਬਦਾਵਾ। ਮੌਜ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਵੀ ਜੀ ਕਹਿੰਦੇ ਹੋਏ ਉਦਾਸ ਗੁਰੂ ਲਿਖਵਾਹੇ। ਗੁਰੂ ਸਾਹਿਬ ਜੀ ਵੀ ਉਦਾਸ ਵਾ ਵੀ ਇਹ ਪਿਆਰੇ ਸਿੱਖ ਜਿਨ੍ਹਾਂ ਨੇ ਇੰਨੀਆਂ ਘਾਲਣਾ ਘਾਲੀਆਂ ਤੇ ਹੁਣ ਇਹ ਬਦਾਵਾ ਲਿਖ ਕੇ ਜਾ ਰਹੇ ਹਨ। 40 ਸਿੰਘ ਰਹੇ ਹਠ ਧਾਰ, ਭਾਈ ਸੰਤੋਖ ਸਿੰਘ ਜੀ ਦੀ ਇਹ ਰਹਿ ਹੈ। ਕਹਿੰਦੇ ਕਿ 40 ਸਿੰਘਾਂ ਨੇ ਹੱਠ ਧਾਰਨ ਕੀਤਾ ਹੈ ਜਿਨ੍ਹਾਂ ਨੇ ਬਦਾਵਾ ਨਹੀਂ ਲਿਖਿਆ। ਉਂਝ ਹੋਰ ਵੀ ਇਤਿਹਾਸਕਾਰਾਂ ਨੇ ਜੋ ਵੇਰਵਾ ਦਿੱਤਾ ਹੈ ਗੁਰਮੁਖਾਂ ਨੇ, ਉਹਨਾਂ ਨੇ ਕਿਹਾ ਨਹੀਂ 40 ਤੋਂ ਜ਼ਿਆਦਾ ਸੀ ਸਿੰਘ ਜਿਨ੍ਹਾਂ ਨੇ ਨਹੀਂ ਬਦਾਵਾ ਦਿੱਤਾ। ਭਾਈ ਸਾਹਿਬ ਜੀ ਦੀ ਰਾਏ ਹੈ ਜੋ ਉਹਨਾਂ ਨੂੰ ਇਹ ਲਿਖਤ ਮਿਲੀ, ਜੋ ਉਹਨਾਂ ਨੂੰ ਜਾਣਕਾਰੀ ਮਿਲੀ ਭਾਈ ਸੰਤੋਖ ਸਿੰਘ ਜੀ ਨੂੰ, ਉਹਨਾਂ ਨੇ ਇੱਥੇ ਵਰਣਨ ਕੀਤੀ ਹੈ ਵੀ 40 ਸਿੰਘ ਹੱਠ ਧਾਰ ਕਰਕੇ ਰਹੇ। ਉਂਝ 40 ਤੋਂ ਜ਼ਿਆਦਾ ਸਨ ਜਿਨ੍ਹਾਂ ਨੇ ਨਹੀਂ ਲਿਖਿਆ ਹੈ। ਨਹੀਂ ਲਿਖੈ ਗੁਰ ਕੀਨ ਉਚਾਰ, ਉਹ ਨਹੀਂ ਲਿਖ ਰਹੇ, ਉਹ ਇੱਕ ਪਾਸੇ ਹੋ ਗਏ ਹਨ। ਤੇ ਜਦੋਂ ਉਹਨਾਂ ਨੇ ਨਹੀਂ ਲਿਖਿਆ ਬਾਕੀਆਂ ਨੇ ਲਿਖਿਆ ਹੈ ਤੇ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਬਚਨ ਕੀਤਾ, ਤੁਮ ਵੀ ਲਿਖੋ ਬਨੋ ਸਭ ਸੰਗੀ। ਮਹਾਰਾਜ ਕਹਿੰਦੇ ਸਿੰਘੋ ਤੁਸੀਂ ਵੀ ਲਿਖ ਲਓ, ਤੁਸੀਂ ਵੀ ਲਿਖ ਦਿਓ ਸਾਨੂੰ ਬਦਾਵਾ। ਤੁਸੀਂ ਵੀ ਇੱਥੇ ਲਿਖ ਦਿਓ ਵੀ ਅਸੀਂ ਤੇਰੇ ਸਿੱਖ ਨਹੀਂ, ਤੂੰ ਸਾਡਾ ਗੁਰੂ ਨਹੀਂ, ਲਿਖ ਦਿਓ। ਤੇ ਤੁਸੀਂ ਵੀ ਬਾਕੀ ਦਿਆਂ ਦੇ ਨਾਲ ਰਲ ਜਾਓ, ਉਹਨਾਂ ਦੇ ਸਾਥੀ ਬਣ ਜਾਓ ਲਿਖ ਕੇ ਬਦਾਵਾ। ਕਿਉਂ ਹਟ ਰਹੇ ਨਾ ਹੋਏ ਇੱਕ ਰੰਗੀ, ਤੁਸੀਂ ਕਿਉਂ ਹਟ ਰਹੇ ਹੋ, ਤੁਸੀਂ ਕਿਉਂ ਨਹੀਂ ਲਿਖ ਰਹੇ ਹੋ, ਤੁਸੀਂ ਉਹਨਾਂ ਦੇ ਰੰਗ ਦੇ ਵਿੱਚ ਕਿਉਂ ਨਹੀਂ ਰੰਗੇ ਜਾ ਰਹੇ, ਵੀ ਬਾਕੀਆਂ ਦੇ ਸਾਥੀ ਕਿਉਂ ਨਹੀਂ ਬਣ ਰਹੇ ਹੋ। ਤੁਸੀਂ ਵੀ ਉਹਨਾਂ ਦੇ ਰੰਗ ਵਿੱਚ ਹੀ ਰੰਗੇ ਜਾਓ, ਭਾਵ ਉਹਨਾਂ ਦੇ ਸਾਥੀ ਬਣ ਜਾਓ। ਉਦੈ ਸਿੰਘ ਆਲਮ ਸਿੰਘ ਆਦਿ, ਜਿਨ੍ਹਾਂ ਨੇ ਨਹੀਂ ਲਿਖਿਆ ਉਹਨਾਂ ਦੇ ਨਾਮ ਆ ਰਹੇ ਕਿ ਭਾਈ ਉਦੈ ਸਿੰਘ, ਭਾਈ ਆਲਮ ਸਿੰਘ। ਭਾਈ ਆਲਮ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹਜੂਰੀਆ ਸਿੰਘ ਸੀ, ਮਹਾਰਾਜ ਦੀ ਹਜੂਰੀ 'ਚ ਰਹਿਣ ਵਾਲਾ, ਬਹੁਤਾ ਨੇੜੇ ਰਹਿਣ ਵਾਲਾ ਸਿੰਘ ਸੀ ਭਾਈ ਆਲਮ ਸਿੰਘ। ਤੇ ਭਾਈ ਉਦੈ ਸਿੰਘ ਜੀ ਭਾਈ ਮਣੀ ਸਿੰਘ ਜੀ ਦੇ ਸੁਪੁੱਤਰ ਸਨ। ਭਾਈ ਉਦੈ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਅਜਬ ਸਿੰਘ, ਭਾਈ ਅਜਾਇਬ ਸਿੰਘ, ਭਾਈ ਚਿੱਤਰ ਸਿੰਘ ਆਦਿ ਕੇ ਬਾਬਾ ਮਣੀ ਸਿੰਘ ਸਾਹਿਬ ਜੀ ਦੇ ਸੁਪੁੱਤਰ ਸਨ। ਤਾਂ ਇਹ ਭਾਈ ਉਦੈ ਸਿੰਘ ਉਹ ਆ ਜਿਸ ਨੇ ਕੇਸਰੀ ਚੰਦ ਦਾ ਸਿਰ ਵਰਸ਼ੇ ਤੇ ਟੰਗ ਕੇ ਲਿਆਂਦਾ ਸੀ। ਉਹ ਵਰਸ਼ਾ ਅੱਜ ਵੀ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਅਸਥਾਨ ਤੇ। ਇਹ ਭਾਈ ਉਦੈ ਸਿੰਘ, ਭਾਈ ਆਲਮ ਸਿੰਘ, ਇਹਨਾਂ ਤੋਂ ਆਦਿਕ ਜਿਹੜੇ ਸਿੰਘ ਹਨ ਜਿਨ੍ਹਾਂ ਨੇ ਬਦਾਵਾ ਨਹੀਂ ਲਿਖਿਆ ਹੈ, ਇਹਨਾਂ ਨੇ ਹੱਠ ਧਾਰਿਆ ਹੋਇਆ ਵੀ ਭਾਵੇਂ ਪ੍ਰਾਣ ਚਲੇ ਜਾਣ, ਜਾਨ ਚਲੇ ਜਾਵੇ, ਪਰ ਬਦਾਵਾ ਨਹੀਂ ਲਿਖਾਂਗੇ, ਪਰ ਸਤਿਗੁਰੂ ਕਲਗੀਧਰ ਪਾਤਸ਼ਾਹ ਆਪ ਜੀ ਦਾ ਸਾਥ ਨਹੀਂ ਛੱਡਾਂਗੇ। ਸੁਨ ਟਿਕ ਕੈ ਬਿਸਮੇ ਸੰਵਾਦ, ਉਸ ਵੇਲੇ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਸੁਣ ਕਰਕੇ, ਵੇਖ ਕਰਕੇ ਇਹ ਹੈਰਾਨ ਹੋਏ ਆ। ਜਦੋਂ ਮਹਾਰਾਜ ਨੇ ਆਖਿਆ ਵੀ ਤੁਸੀਂ ਸਿੰਘੋ ਕਿਉਂ ਨਹੀਂ ਲਿਖਦੇ, ਤੁਸੀਂ ਵੀ ਲਿਖ ਕੇ ਬਾਕੀ ਦਿਆਂ ਦੇ ਨਾਲ ਦੇ ਸਾਥੀ ਬਣ ਜਾਓ। ਕਹਿਣ ਲੱਗੇ ਹਮ ਲਿਖੈ ਨਾ ਕੋਈ, ਜਿਨ੍ਹਾਂ ਸਿੰਘਾਂ ਨੇ ਹੱਠ ਧਾਰਨ ਕੀਤਾ ਉਹ ਕਹਿਣ ਲੱਗੇ ਵੀ ਅਸੀਂ ਬਦਾਵਾ ਨਹੀਂ ਲਿਖਾਂਗੇ। ਕਾਲੀ ਕਾਲ ਬਾਦ ਹੋਏ ਸੋਈ, ਵੀ ਹੇ ਸਤਿਗੁਰੂ ਜੀ, ਜੋ ਹੁਣ ਤੀਕ ਆਪ ਜੀ ਦੇ ਚਰਨਾਂ ਵਿੱਚ ਰਹੇ ਹਾਂ, ਆਪ ਜੀ ਦੀ ਆਗਿਆ ਦਾ ਪਾਲਣ ਕੀਤਾ ਹੈ,
ਆਪ ਜੀ ਦੀ ਸੇਵਾ ਕੀਤੀ ਹੈ, ਘਾਲ ਘਾਲੀ ਹੈ, ਉਹ ਸਾਰੀ ਸੇਵਾ ਵਿਅਰਥ ਹੋ ਜਾਵੇਗੀ। ਆਪ ਜੀ ਤੋਂ ਬੇਮੁਖ ਹੋ ਕਰਕੇ, ਮੁਖ ਮੋੜ ਕਰਕੇ, ਬਦਾਵਾ ਲਿਖ ਕਰਕੇ ਉਹ ਸਾਰੀ ਘਾਲ ਜਿਹੜੀ ਘਾਲੀ ਉਹ ਵਿਅਰਥ ਹੋ ਜਾਵੇਗੀ। ਦੋਨੋਂ ਲੋਕਨ ਸੰਗ ਸਹਾਈ। ਹੇ ਦਸ਼ਮੇਸ਼ ਪਾਤਸ਼ਾਹ, ਤੁਸੀਂ ਤੇ ਸਾਡੇ ਦੋਹਾਂ ਲੋਕਾਂ ਦੇ ਸਹਾਈ ਹੋਣ ਵਾਲੇ ਹੋ। ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਾਡੀ ਸਹਾਇਤਾ ਕਰਨ ਵਾਲੇ ਹੋ। ਅਸ ਗੁਰ ਕੋ ਕਿਉ ਕਰ ਤਜ ਜਾਏ। ਐਸੇ ਗੁਰੂ ਸਾਹਿਬ ਜੀ ਨੂੰ ਅਸੀਂ ਕਿਉਂ ਕਰਕੇ ਛੱਡ ਜਾਈਏ, ਕਿਵੇਂ ਬਦਾਵਾ ਦੇ ਕਰਕੇ ਚਲੇ ਜਾਈਏ। ਨਿਕਸੋ ਦੁਰਗ ਕੇ ਰਹੀਐ ਅੰਤਰ। ਮਹਾਰਾਜ ਅਸੀਂ ਬਦਾਵਾ ਨਹੀਂ ਲਿਖਾਂਗੇ, ਭਾਵੇਂ ਤੁਸੀਂ ਕਿਲੇ ਨੂੰ ਛੱਡ ਦਿਓ ਤੇ ਭਾਵੇਂ ਕਿਲੇ ਦੇ ਅੰਦਰ ਰਹੋ, ਭਾਵੇਂ ਆਨੰਦਪੁਰ ਸਾਹਿਬ ਦੇ ਵਿੱਚ ਰਹੋ ਤੇ ਭਾਵੇਂ ਆਨੰਦਪੁਰ ਸਾਹਿਬ ਨੂੰ ਛੱਡ ਦਿਓ, ਅਸੀਂ ਤੁਹਾਡੇ ਨਾਲ ਹੀ ਰਵਾਂਗੇ ਜਿੱਥੇ ਤੁਸੀਂ ਰਹੋਗੇ। ਹਮਨਹਿ ਸ਼ੂਰੈ ਸੰਗ ਨਿਰੰਤਰ। ਇੱਕ ਰਸ, ਨਿਰੰਤਰ ਤੋਂ ਭਾਵ ਹੈ ਸਦਾ ਤਾਈਂ, ਇੱਕ ਰਸ, ਬਿਨਾਂ ਕਿਸੇ ਫਰਕ ਤੋਂ। ਅਸੀਂ ਆਪ ਜੀ ਦਾ ਸਾਥ ਨਹੀਂ ਛੱਡਾਂਗੇ, ਸਦਾ ਆਪ ਜੀ ਦੇ ਨਾਲ ਹੀ ਰਹਾਂਗੇ। ਇੱਕ ਦੋਏ ਵਾਰ ਕਹਿਓ ਗੁਰ ਫੇਰ। ਇੱਕ ਦੋ ਵਾਰੀ ਫੇਰ ਕਲਗੀਧਰ ਪਾਤਸ਼ਾਹ ਨੇ ਆਖਿਆ। ਮਹਾਰਾਜ ਕਹਿੰਦੇ ਸਿੰਘੋ, ਜਿੱਥੇ ਬਾਕੀ ਦਿਆਂ ਨੇ ਬਦਾਵਾ ਲਿਖ ਦਿੱਤਾ ਤੁਸੀਂ ਵੀ ਲਿਖ ਦਿਓ। ਇਸ ਤਰ੍ਹਾਂ ਇੱਕ ਦੋ ਵਾਰੀ ਜਦੋਂ ਫੇਰ ਮਹਾਰਾਜ ਨੇ ਬਚਨ ਕੀਤਾ, ਕਿਉਂ ਤੁਮ ਲਿਖੋ ਨਾ ਲਾਵੋ ਦੇਰ। ਤੁਸੀਂ ਸਿੰਘੋ ਕਿਉਂ ਨਹੀਂ ਲਿਖਦੇ ਹੋ ਬਦਾਵਾ? ਬਾਕੀ ਨੇ ਲਿਖ ਦਿੱਤਾ, ਤੁਸੀਂ ਵੀ ਲਿਖ ਦਿਓ, ਤੁਸੀਂ ਕਿਉਂ ਦੇਰ ਲਾਉਂਦੇ ਹੋ? ਹਾਥ ਜੋਰ ਸਭ ਕਰੀ ਪ੍ਰਣਾਮ। ਫਿਰ ਸਾਰੇ ਸਿੰਘਾਂ ਨੇ ਹੱਥ ਜੋੜੇ ਤੇ ਕਲਗੀਧਰ ਪਾਤਸ਼ਾਹ ਜੀ ਨੂੰ ਪ੍ਰਣਾਮ ਕੀਤੀ, ਨਮਸਕਾਰ ਕੀਤੀ। ਹਮ ਤੋ ਰਹਿ ਆਪ ਕੀ ਸ਼ਾਮ। ਸ਼ਾਮ ਕਹਿੰਦੇ ਸ਼ਰਨ ਨੂੰ, ਸਿੰਘ ਕਹਿੰਦੇ ਮਹਾਰਾਜ ਅਸੀਂ ਤੇ ਆਪ ਜੀ ਦੀ ਸ਼ਰਨ ਵਿੱਚ ਹੀ ਰਹਾਂਗੇ। ਜਿੱਥੇ ਤੁਸੀਂ ਰਹੋਗੇ ਉੱਥੇ ਅਸੀਂ ਤੁਹਾਡੀ ਸ਼ਰਨ ਵਿੱਚ ਰਹਾਂਗੇ। ਦਇਆ ਸਿੰਘ ਤੇ ਆਦਿਕ ਪੰਜੇ। ਪਿਆਰੇ ਦਇਆ ਸਿੰਘ ਤੋਂ ਆਦਿਕ ਪੰਜੇ ਹੀ ਸਿੰਘ, ਭਾਵ ਪੰਜੇ ਹੀ ਪਿਆਰੇ। ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ, ਇਹ ਪੰਜੇ ਸਿੰਘ ਹਨ। ਪੰਚੋ ਮੁਕਤੇ ਸਿੱਖੀ ਸੰਚੇ। ਤੇ ਪੰਜ ਹੀ ਭਾਈ ਫਤਿਹ ਸਿੰਘ ਆਦਿਕ ਜਿਹੜੇ ਸਿੰਘ ਹਨ ਉਹ ਪੰਜੇ ਹੀ ਮੁਕਤੇ ਹਨ। ਪੰਜ ਮੁਕਤੇ ਸਾਧ ਸੰਗਤ ਜੀ ਉਹਨਾਂ ਨੂੰ ਕਿਹਾ ਜਾਂਦਾ ਹੈ। ਉਂਝ 40 ਮੁਕਤੇ ਹਨ। ਬਾਅਦ ਵਿੱਚ ਜਦੋਂ ਬਦਾਵਾ ਪੜਵਾਉਣ ਦੀ ਗਾਥਾ ਆਉਂਦੀ ਹੈ ਖਦਰਾਣੇ ਦੀ ਢਾਬ ਤੇ ਜਿੱਥੇ ਸ੍ਰੀ ਮੁਕਤਸਰ ਸਾਹਿਬ ਬਣਿਆ, ਉਹ 40 ਮੁਕਤੇ ਆ ਭਾਈ ਮਹਾ ਸਿੰਘ ਦੇ ਸਾਥੀ ਜਿਨ੍ਹਾਂ ਨੇ ਫੇਰ ਆ ਕੇ ਬਦਾਵਾ ਪੜਵਾਇਆ ਸੀ। ਇੱਥੇ ਪੰਜਾਂ ਮੁਕਤਿਆਂ ਦਾ ਜ਼ਿਕਰ ਆਇਆ ਤੇ ਪੰਜ ਮੁਕਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਜਦੋਂ ਕਲਗੀਧਰ ਪਾਤਸ਼ਾਹ ਨੇ 1699 ਈਸਵੀ ਦੀ ਵਿਸਾਖੀ 1756 ਬਿਕਰਮੀ ਸੰਮਤ ਨੂੰ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਾਜਨਾ ਕੀਤੀ ਸੀ ਤੇ ਪੰਜਾਂ ਸਿੱਖਾਂ ਦੇ ਸਿਰ ਲਏ ਸੀ। ਉਹਨਾਂ ਨੂੰ ਫਿਰ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਤੇ ਉਹਨਾਂ ਨੂੰ ਪੰਜ ਪਿਆਰੇ ਆਖਿਆ। ਪਿਆਰੇ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ ਤੇ ਸਾਹਿਬ ਸਿੰਘ, ਕਿ ਇਹ ਸਾਡੇ ਪੰਜ ਪਿਆਰੇ ਆ। ਪੰਜਾਂ ਪਿਆਰਿਆਂ ਤੋਂ ਬਾਅਦ ਜਿਨ੍ਹਾਂ ਪੰਜਾਂ ਸਿੱਖਾਂ ਨੇ ਅੰਮ੍ਰਿਤ ਛਕਿਆ ਸੀ ਉਹਨਾਂ ਨੂੰ ਮਹਾਰਾਜ ਨੇ ਆਖਿਆ ਇਹ ਪੰਜ ਸਾਡੇ ਮੁਕਤੇ ਆ। ਇਸ ਕਰਕੇ ਜਿੱਥੇ 40 ਮੁਕਤੇ ਆ ਉੱਥੇ ਇਤਿਹਾਸ ਵਿੱਚ ਉਹਨਾਂ ਪੰਜਾਂ ਸਿੰਘਾਂ ਨੂੰ ਵੀ ਮੁਕਤੇ ਆਖਿਆ ਮਹਾਰਾਜ ਸਾਹਿਬ ਜੀ ਨੇ। ਪੰਜਾਂ ਪਿਆਰਿਆਂ ਤੋਂ ਬਾਅਦ ਜਿਨ੍ਹਾਂ ਪੰਜਾਂ ਨੇ ਅੰਮ੍ਰਿਤ ਛਕਿਆ ਸੀ। ਤਾਂ ਇਹ ਉਹ ਇੱਥੇ ਦੱਸ ਰਹੇ ਆ ਕਵੀ ਜੀ ਵੀ ਜਿੱਥੇ ਪੰਜ ਪਿਆਰੇ ਸਾਹਿਬਾਨ ਹਨ ਉੱਥੇ ਪੰਜ ਮੁਕਤੇ ਸਿੱਖ ਵੀ ਹਨ ਜਿਨ੍ਹਾਂ ਨੇ ਸਿੱਖੀ ਨੂੰ ਧਾਰਨ ਕੀਤਾ ਹੈ। 10 ਇਹ ਰਹੇ 30 ਸਿੱਖ ਔਰ। 10 ਇਹ ਰਹੇ ਆ ਤੇ 30 ਸਿੱਖ ਹੋਰ ਹਨ। ਇਹ 40 ਤੇ ਕੁਝ ਹੋਰ ਵੀ ਸਿੱਖ ਹਨ ਜਿਨ੍ਹਾਂ ਨੇ ਬਦਾਵਾ ਨਹੀਂ ਲਿਖਿਆ। ਉਦੈ ਸਿੰਘ ਆਦਿਕ ਭਟ ਮੌਰ। ਇਹ ਜੋ ਸੂਰਮਿਆਂ ਦੇ ਸਿਰਮੌਰ ਸ਼੍ਰੋਮਣੀ ਸੂਰਮੇ ਆ ਨਾ, ਉਹ ਭਾਈ ਉਦੇ ਸਿੰਘ ਆਦਿਕ ਵਾ। ਸੂਰਮੇ ਤੇ ਕਈ ਆ ਮਹਾਰਾਜ ਸਾਹਿਬ ਦੇ ਸਿੰਘ, ਪਰ ਸੂਰਮਿਆਂ ਵਿੱਚੋਂ ਵੀ ਜਿਹੜੇ ਮੌਰ ਕਹੀਏ ਸ਼੍ਰੋਮਣੀ ਸੂਰਮੇ, ਜਿਹੜੇ ਸ੍ਰੇਸ਼ਟ ਸੂਰਮੇ ਆ, ਬਹੁਤੇ ਬਲੀ ਬਹਾਦਰ ਆ, ਉਹ ਭਾਈ ਉਦੇ ਸਿੰਘ ਤੋਂ ਆਦਿਕ ਸਿੰਘ ਹਨ। 40 ਸਿੰਘ ਨਹੀਂ ਤਬ ਲਿਖਿਓ। ਇਹ 40 ਸਿੰਘਾਂ ਨੇ ਤਾਂ ਬਹੁਤਾ ਹੱਠ ਧਾਰਨ ਕੀਤਾ
ਇਹਨਾਂ ਨੇ ਕਹਿੰਦੇ ਬਦਾਵਾ ਨਹੀਂ ਲਿਖਿਆ ਹੈ। ਅਬਰ ਸਬਨ ਲਿਖ ਦੀਨ ਸਬਿਕਿਓ। ਬਾਕੀ ਸਾਰਿਆਂ ਨੇ ਬਦਾਵਾ ਲਿਖ ਦਿੱਤਾ ਹੈ, ਸਤਿਗੁਰੂ ਜੀ ਨੇ ਵੇਖਿਆ ਹੈ। ਰਹਿਓ ਬੀਜ ਔਰ ਗੁਰੂ ਵਿਚਾਰਾ। ਇਹ 40 ਤੋਂ ਕੁਝ ਵਧੇਕ ਸਿੰਘਾਂ ਨੇ ਜਦੋਂ ਬਦਾਵਾ ਨਹੀਂ ਨਾ ਲਿਖਿਆ ਤੇ ਸਤਿਗੁਰੂ ਸਾਹਿਬ ਜੀ ਨੇ ਫਿਰ ਹਿਰਦੇ ਵਿੱਚ ਵਿਚਾਰ ਕੀਤੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਸਤਿਗੁਰੂ ਕਹਿੰਦੇ ਬੀਜ ਰਹਿ ਗਿਆ ਵਾ, ਸਿੱਖੀ ਦਾ ਬੀਜ ਰਹਿ ਗਿਆ, ਖਾਲਸੇ ਦਾ ਬੀਜ ਰਹਿ ਗਿਆ। ਸਾਰਿਆਂ ਨੇ ਨਹੀਂ ਲਿਖਿਆ ਬਦਾਵਾ, ਜਿਨ੍ਹਾਂ ਨਹੀਂ ਲਿਖਿਆ ਉਹ ਤਿਆਰ ਬੁਰ ਤਿਆਰ ਸਿੱਖੀ ਵਿੱਚ ਪ੍ਰਪੱਕ ਹਨ। ਉਹ ਸੂਰਮੇ ਸਾਡੇ ਬਹਾਦਰ ਸਿੱਖ ਜਿਨ੍ਹਾਂ ਨੇ ਸਾਡੇ ਨਾਲ ਪ੍ਰਾਣਾਂ ਤੋਂ ਵੀ ਵੱਧ ਕੇ ਪ੍ਰੇਮ ਕੀਤਾ। ਉਂਝ ਕਿਹਾ ਤੇ ਜਾਂਦਾ ਹੈ ਨਾ ਵੀ ਗੁਰੂ ਸਾਹਿਬ ਜੀ ਦੇ ਨਾਲ ਸਾਡਾ ਜਾਨ ਤੋਂ ਵੀ ਵੱਧ ਪਿਆਰ ਹੈ, ਪਰ ਜਦੋਂ ਇਹੋ ਜਿਹੀ ਪਰਖ ਪਵੇ ਪਤਾ ਤੇ ਫਿਰ ਹੀ ਲੱਗਦਾ ਨਾ ਜਾਨ ਪਿਆਰੀ ਹੈ ਕਿ ਗੁਰੂ ਪਿਆਰਾ ਹੈ। ਪ੍ਰਾਣ ਬਚਾਉਣ ਦਾ ਯਤਨ ਕੀਤਾ ਜਾਂਦਾ ਹੈ ਕਿ ਫਿਰ ਉਸ ਵੇਲੇ ਵੀ ਸਿੱਖੀ ਧਾਰਨ ਕੀਤੀ ਜਾਂਦੀ ਹੈ। ਉਹਨਾਂ ਸਿੰਘਾਂ ਦਾ ਜਿਨ੍ਹਾਂ ਨੇ ਬਦਾਵਾ ਨਹੀਂ ਲਿਖਿਆ, ਉਹਨਾਂ ਨੇ ਜਾਨ ਤੋਂ ਵੱਧ ਕੇ ਪਿਆਰ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ, ਮਹਾਰਾਜ ਦੀ ਸਿੱਖੀ ਦੇ ਨਾਲ। ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਬਚਨ ਕੀਤਾ ਫਿਰ ਵੀ ਇਹ ਸਿੱਖੀ ਦਾ ਬੀਜ ਰਹਿ ਗਿਆ। ਇਹ ਹਿਰਦੇ 'ਚ ਵਿਚਾਰ ਕੀਤੀ ਹੈ। ਵਧੈ ਪੰਥ ਪੁਨ ਮੋਹਿ ਉਦਾਰਾ। ਮਹਾਰਾਜ ਕਹਿੰਦੇ ਹੁਣ ਸਾਡਾ ਜਿਹੜਾ ਪੰਥ ਹੈ ਨਾ, ਇਹ ਸ੍ਰੇਸ਼ਟ ਪੰਥ ਫੇਰ ਅੱਗੇ ਵੱਧ ਜਾਵੇਗਾ, ਇਹ ਵਧੇ ਫੁੱਲੇਗਾ। ਹੋਏ ਸਾਬਤ ਰਣ ਜੂਝੈ ਜੋਈ। ਜਿਹੜੇ ਇਹ ਸਾਬਤ ਹਨ ਸਿੱਖੀ ਵਿੱਚ, ਜਿਨ੍ਹਾਂ ਬਦਾਵਾ ਨਹੀਂ ਲਿਖਿਆ, ਇਹ ਜੰਗ ਦੇ ਮੈਦਾਨ ਦੇ ਵਿੱਚ ਜੂਝਣਗੇ। ਅਵਨੀ ਰਾਜ ਭੋਗ ਹੈ ਸੋਈ। ਹੁਣ ਰਣ ਦੇ ਵਿੱਚ ਜੂਝ ਜਾਣਗੇ, ਸ਼ਹੀਦੀਆਂ ਪਾਉਣਗੇ। ਜੂਝਣਾ ਹੈ ਫਿਰ ਸ਼ਹੀਦੀਆਂ ਪਾਉਣੀਆਂ ਜੰਗ ਦੇ ਮੈਦਾਨ ਦੇ ਵਿੱਚ। ਪਰ ਨਾਲ ਮਹਾਰਾਜ ਨੇ ਬਚਨ ਕੀਤਾ ਵੀ ਇਹ ਧਰਤੀ ਦਾ ਰਾਜ ਵੀ ਭੋਗਣਗੇ। ਜਿਨ੍ਹਾਂ ਜਿਨ੍ਹਾਂ ਸਿੰਘਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਗਿਆ ਵਿੱਚ ਰਹਿ ਕਰਕੇ, ਸਿੱਖੀ ਧਰਮ ਵਿੱਚ ਰਹਿ ਕਰਕੇ ਸ਼ਹੀਦੀਆਂ ਪਾਈਆਂ ਨਾ, ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਸਮੇਂ-ਸਮੇਂ ਨਾਲ ਜਨਮ ਦਿੱਤਾ ਹੈ। ਜਿਹੜਾ ਬਚਨ ਕੀਤਾ ਸੀ ਵੀ ਇਹ ਧਰਤੀ ਤੇ ਰਾਜ ਭੋਗਣਗੇ, ਉਹ ਸਮੇਂ-ਸਮੇਂ ਦੇ ਉੱਤੇ ਫਿਰ ਰਾਜ ਭੋਗਿਆ ਉਹਨਾਂ ਨੇ, ਪਿੱਛੇ ਵੀ ਭੋਗਿਆ ਤੇ ਅੱਗੇ ਵੀ ਭੋਗਣਗੇ। ਉਹੀ ਰੂਹਾਂ ਜਿਹੜੀਆਂ ਸਮੇਂ-ਸਮੇਂ ਦੇ ਨਾਲ ਪੰਥ ਦੇ ਵਿੱਚ ਵੱਡੇ ਕਾਰਨਾਮੇ ਕਰ ਗਈਆਂ, ਜਿਸ ਕਰਕੇ ਸਿੱਖੀ ਦੀ ਜੈ ਜੈਕਾਰ ਉਹਨਾਂ ਸਿੰਘਾਂ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਰਵਾਈ ਹੈ। ਉਹ ਜਿਹੜੇ 1.25 ਲੱਖ ਦੇ ਨਾਲ ਕੱਲਾ ਲੜਨ ਵਾਲੇ ਸੀ ਨਾ, ਮਹਾਰਾਜ ਨੇ ਉਹਨਾਂ ਨੂੰ ਵਰਦਾਨ ਦਿੱਤਾ ਵੀ ਇਹ ਧਰਤੀ ਦਾ ਰਾਜ ਭੋਗਣਗੇ। ਉਹ ਫਿਰ ਸਮੇਂ-ਸਮੇਂ ਦੇ ਵਿੱਚ ਗੁਰੂ ਕੇ ਸਿੰਘ ਜਿਹੜੇ ਆ ਉਹ ਜਨਮ ਲੈ ਕਰਕੇ ਆਏ। ਉਹਨਾਂ ਬਲੀ ਬਹਾਦਰਾਂ ਨੇ ਫਿਰ ਬਾਅਦ ਵਿੱਚ ਵੀ ਆਪਣੀ ਜਾਨ ਤੋਂ ਵੱਧ ਕੇ ਸਿੱਖੀ ਨਾਲ ਪ੍ਰੇਮ ਕੀਤਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣਦੇ ਆ ਤੇ ਉਹ ਸਿੰਘ ਜਾਣਦੇ ਆ, ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜੀ ਨੇ ਫਿਰ ਸਮੇਂ-ਸਮੇਂ ਤੇ ਭੇਜਿਆ ਵੀ ਅਤੇ ਅੱਗੇ ਵੀ ਭੇਜਦੇ ਰਹਿਣਾ। ਸਤਿਗੁਰੂ ਕਹਿੰਦੇ ਧਰਤੀ ਦਾ ਰਾਜ ਭੋਗਣਗੇ। ਕਾਗਦ ਲਿਖਿਓ ਜੇਬ ਲੈ ਡਾਰਾ। ਹੁਣ ਜਿਹੜਾ ਬਦਾਵੇ ਵਾਲਾ ਕਾਗਜ਼ ਹੈ ਨਾ, ਉਹ ਲੈ ਲਿਆ ਮਹਾਰਾਜ ਸਾਹਿਬ ਜੀ ਨੇ, ਉਸ ਨੂੰ ਆਪਣੀ ਜੇਬ ਵਿੱਚ ਪਾ ਲਿਆ ਹੈ। ਔਰ ਵਕੀਲਨ ਪਾਸ ਆਕਾਰਾ। ਜਦੋਂ ਬਦਾਵੇ ਵਾਲਾ ਕਾਗਜ਼ ਵੇਖ ਕੇ ਆਪਣੀ ਜੇਬ ਵਿੱਚ ਪਾ ਲਿਆ ਗਰੀਬ ਨਵਾਜ ਨੇ, ਤੇ ਫਿਰ ਰਾਜਿਆਂ ਦੇ ਵਕੀਲਾਂ ਨੂੰ ਆਪਣੇ ਪਾਸ ਬੁਲਾਇਆ ਹੈ। ਸਭ ਕੀ ਆਨ ਕਰੀ ਲਿਖ ਜੋਈ। ਜੋ ਸਾਰਿਆਂ ਨੇ ਕਸਮਾਂ ਖਾਧੀਆਂ ਸੀ, ਸਾਰੇ ਪਹਾੜੀ ਰਾਜਿਆਂ ਨੇ, ਤੇ ਉਹ ਲਿਖੀ ਹੋਈ ਸੀ ਕਾਗਜ਼ ਦੇ ਉੱਤੇ ਉਹਨਾਂ ਦੀਆਂ ਕਸਮਾਂ। ਕਾਗਜ਼ ਹਮਕੋ ਦੀਜੈ ਸੋਈ। ਸਤਿਗੁਰੂ ਕਹਿੰਦੇ ਜਿਹਦੇ ਤੇ ਸਾਰਿਆਂ ਨੇ ਆਪਣੇ ਸਾਈਨ ਕੀਤੇ ਆ, ਉਹ ਕਾਗਜ਼ ਸਾਨੂੰ ਦੇ ਦਿਓ ਜੋ ਰਾਜਿਆਂ ਨੇ ਕਸਮਾਂ ਖਾਧੀਆਂ। ਕਹਿਲੂਰੀ ਆਦਿਕ ਸਭ ਲਿਖਿਓ। ਇਹ ਕਹਿਲੂਰੀ ਰਾਜਾ ਭੀਮ ਚੰਦ, ਕਹਿਲੂਰ ਰਿਆਸਤ ਦਾ ਰਾਜਾ, ਤੇ ਹੰਡੂਰੀਆ ਰਾਜਾ, ਇਸੇ ਤਰ੍ਹਾਂ ਬਾਕੀ ਦੇ ਜਿਹੜੇ ਰਾਜੇ ਸੀ ਉਹਨਾਂ ਸਾਰਿਆਂ ਨੇ ਲਿਖੀਆਂ ਹੋਈਆਂ ਸੀ, ਕਸਮਾਂ ਚੁੱਕੀਆਂ ਸਨ। ਸੋ ਕਾਗਜ਼ ਕਰ ਮਹਿਲੇ ਵਿਕਿਓ। ਉਹ ਕਾਗਜ਼ ਰਾਜਿਆਂ ਦੀਆਂ ਕਸਮਾਂ ਵਾਲਾ ਆਪਣੇ ਹੱਥਾਂ ਵਿੱਚ ਲੈ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੇਖਿਆ ਹੈ। ਹੁਣ ਅਵਰੰਗ ਕੋ ਲਿਖਿਓ ਮੰਗਾਇਓ। ਫਿਰ ਔਰੰਗਜ਼ੇਬ ਬਾਦਸ਼ਾਹ ਦਾ ਜਿਹੜਾ ਲਿਖਿਆ ਹੋਇਆ ਸੀ, ਉਹਨੇ ਵੀ ਪੱਤਰਕਾ ਲਿਖ ਕੇ ਭੇਜੀ ਸੀ ਉਹਦੇ ਤੇ
ਖੁਦਾ ਦੀ, ਪੈਗੰਬਰ ਦੀ ਤੇ ਕੁਰਾਨ ਸ਼ਰੀਫ ਦੀ ਕਸਮ ਖਾਧੀ ਸੀ ਉਸਨੇ। ਉਹ ਔਰੰਗਜ਼ੇਬ ਦਾ ਜਿਹੜਾ ਲਿਖਿਆ ਹੋਇਆ ਕਾਗਜ਼ ਉਹ ਫਿਰ ਮੰਗਾਇਆ ਵਕੀਲ ਦੇ ਪਾਸੋਂ। ਲਿਓ ਸੰਭਾਰ ਜੀਬ ਮੈਂ ਪਾਇਓ। ਉਹ ਔਰੰਗਜ਼ੇਬ ਦਾ ਕਾਗਜ਼ ਵੀ ਮਹਾਰਾਜ ਸਾਹਿਬ ਜੀ ਨੇ ਵੇਖ ਕੇ ਸੰਭਾਲ ਲਿਆ, ਜੇਬ 'ਚ ਪਾ ਲਿਆ। ਰਾਜਿਆਂ ਦੀਆਂ ਕਸਮਾਂ ਵਾਲਾ ਕਾਗਜ਼ ਵੀ ਪਾ ਲਿਆ ਹੈ। ਸਭ ਕੋ ਕਹਿਓ ਤਿਆਰ ਹੋਏ ਜਾਵੋ। ਤੇ ਸਾਰਿਆਂ ਨੂੰ ਕਹਿ ਦਿੱਤਾ ਵੀ ਹੁਣ ਤਿਆਰ ਹੋ ਜਾਓ। ਜਿਨ੍ਹਾਂ ਬਦਾਵਾ ਲਿਖ ਦਿੱਤਾ ਉਹਨਾਂ ਨੇ ਤਾਂ ਜਾਣਾ ਹੀ ਹੈ ਨਾ ਹੁਣ ਅਨੰਦਪੁਰ ਸਾਹਿਬ ਛੱਡ ਕੇ। ਜਦੋਂ ਬਦਾਵਾ ਲਿਖ ਦਿੱਤਾ ਗਿਆ, ਉਹ ਕਾਗਜ਼ ਆਪਣੀ ਜੇਬ ਵਿੱਚ ਪਾ ਦਿੱਤਾ। ਜਿਨ੍ਹਾਂ ਨਹੀਂ ਲਿਖਿਆ ਨਾ, ਫਿਰ ਉਹਨਾਂ ਨੂੰ ਵੀ ਕਹਿ ਦਿੱਤਾ ਵੀ ਸਿੰਘੋ ਹੁਣ ਤਿਆਰ ਹੋ ਜਾਓ, ਹੁਣ ਫਿਰ ਕਿਲਾ ਛੱਡ ਦਈਏ। ਮੌਜ ਦੇ ਮਾਲਕ ਗਰੀਬ ਨਵਾਜ਼। ਸਤਿਗੁਰੂ ਜੀ ਨੇ ਸਾਰਿਆਂ ਨੂੰ ਉਸ ਵੇਲੇ ਕਹਿ ਦਿੱਤਾ ਹੈ, ਲਿਖ ਸੋ ਵਹਿਰ ਭਲੇ ਮਗ ਪਾਵੋ। ਮਹਾਰਾਜ ਕਹਿੰਦੇ ਵੀ ਹੁਣ ਨਿਕਲੋ ਕਿਲੇ ਚੋਂ ਬਾਹਰ ਤੇ ਭਲੀ ਪ੍ਰਕਾਰ ਭਲੇ ਮਗ ਨਾਮ ਰਸਤੇ ਦਾ ਹੈ ਵੀ ਚੰਗੇ ਰਸਤੇ ਦੇ ਉੱਤੇ ਪੈਣਾ ਕਰੋ। ਤੰਬੂ ਦੀਰਘ ਅਲਪ ਬਨਾਤੀ। ਤੇ ਜਿਹੜੇ ਵੱਡੇ ਤੇ ਛੋਟੇ ਤੰਬੂ ਸੀ ਨਾ, ਬੜੇ ਸੋਹਣੇ ਬਣਾਏ ਹੋਏ, ਬੜੇ ਕੀਮਤੀ ਤੰਬੂ ਸੀ ਸਾਧ ਸੰਗਤ ਜੀ। ਉਹਨਾਂ ਦਿਨਾਂ ਦੇ ਵਿੱਚ ਉਹ ਤੰਬੂ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੇ, ਜਿਹੜਾ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਕੋਲੇ ਵੀ ਨਹੀਂ ਸੀ। ਉਹ ਤੰਬੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੇ ਸੀ। 1.25 ਲੱਖ ਦਾ ਕਹਿੰਦੇ ਤੰਬੂ ਜਿਹੜਾ ਸੀ, ਉਹ ਕਾਬਲ ਦੇ ਕਿਸੇ ਅਹੁਦੇਦਾਰ ਨੇ ਔਰੰਗਜ਼ੇਬ ਬਾਦਸ਼ਾਹ ਵਾਸਤੇ ਬਣਾਇਆ ਸੀ, ਉਧਰ ਦੇ ਸੂਬੇ ਨੇ। 1.25 ਲੱਖ ਦਾ, ਉਹਨਾਂ ਦਿਨਾਂ ਦਾ 1.25 ਲੱਖ। ਅੱਜ ਦੇ ਤੇ ਉਹ ਅਰਬਾਂ ਵਰਗਾ ਬਣ ਜਾਂਦਾ, ਕਿਉਂਕਿ ਉਸ ਵੇਲੇ ਕੋਈ 15 ਰੁਪਏ ਤੋਲਾ ਸੋਨਾ ਸੀਗਾ, 15 ਰੁਪਏ। ਤੇ ਉਹਨਾਂ ਦਿਨਾਂ ਦੇ ਵਿੱਚ 1.25 ਲੱਖ ਦਾ ਤੰਬੂ ਔਰੰਗਜ਼ੇਬ ਬਾਦਸ਼ਾਹ ਨੂੰ ਬਣ ਕੇ ਆਇਆ ਸੀ ਕਾਬਲ ਦੇ ਵਿੱਚੋਂ। ਜਦੋਂ ਉਧਰ ਦੀ ਸੰਗਤ ਨੇ ਵੇਖਿਆ ਸੀ ਨਾ, ਪਤਾ ਲੱਗਾ ਵੀ ਔਰੰਗਜ਼ੇਬ ਵਾਸਤੇ 1.25 ਲੱਖ ਦਾ ਤੰਬੂ ਬਣ ਕੇ ਗਿਆ। ਜਿਹੜਾ ਉਧਰ ਦਾ ਮੁਖੀਆ ਸੀ ਸਿੱਖ ਮਸੰਦ ਅੱਖਰ ਜਿਹੜਾ ਵਾ, ਇਹ ਸਤਿਕਾਰਯੋਗ ਸੀ। ਬਾਅਦ ਵਿੱਚ ਹੀ ਇਹਦੀ ਨਾਲ ਗਲਾਨੀ ਹੋਈ ਜਦੋਂ ਜੀਵਨ ਭ੍ਰਿਸ਼ਟ ਹੋ ਗਏ। ਉਧਰ ਦਾ ਜਿਹੜਾ ਥਾਪਿਆ ਹੋਇਆ ਮਸੰਦ ਸੀ, ਉਹ ਮਹਾਰਾਜ ਸਾਹਿਬ ਦੇ ਪਾਸ ਜਦੋਂ ਸੰਗਤ ਸਮੇਤ ਆਇਆ ਅਨੰਦਪੁਰ ਸਾਹਿਬ, ਤੇ ਉਹਨੇ ਬੇਨਤੀ ਕੀਤੀ ਵੀ ਮਹਾਰਾਜ ਮੇਰੇ ਮਨ ਦੀ ਇੱਛਾ ਹੈ ਆਪ ਜੀ ਵਾਸਤੇ ਇੱਕ ਵਧੀਆ ਤੰਬੂ ਬਣਾਇਆ ਜਾਵੇ, ਕਿਉਂਕਿ ਔਰੰਗਜ਼ੇਬ ਵਾਸਤੇ 1.25 ਲੱਖ ਦਾ ਤੰਬੂ ਬਣ ਕੇ ਦਿੱਲੀ ਗਿਆ, ਤੇ ਮੈਂ ਉਹਦੇ ਨਾਲੋਂ ਜ਼ਿਆਦਾ ਕੀਮਤੀ ਤੁਹਾਡੇ ਵਾਸਤੇ ਤੰਬੂ ਬਣਾਉਣਾ ਚਾਹੁੰਦਾ। ਤੇ ਜਿਹੜੀ ਸੰਗਤ ਦੀ ਮਾਇਆ ਮੈਂ ਦਸਵੰਧ ਇਕੱਠਾ ਕਰਕੇ ਆਪ ਜੀ ਦੇ ਪਾਸ ਲੈ ਕੇ ਆਉਂਦਾ ਹਾਂ। ਜੇ ਆਪ ਜੀ ਦੀ ਆਗਿਆ ਹੋਵੇ ਤੇ ਮਹਾਰਾਜ ਉਹ ਸਾਰੀ ਜਿਹੜੀ ਮਾਇਆ ਤੰਬੂ ਤੇ ਲਾ ਦਿੱਤੀ ਜਾਵੇ। ਤੇ ਸਤਿਗੁਰੂ ਕਹਿੰਦੇ ਆਗਿਆ। ਸੰਗਤ ਦੇ ਕੋਲੋਂ ਜਿੰਨੀ ਮਾਇਆ ਜਿਹੜੀ ਦਸਵੰਧ ਦੀ ਆਉਂਦੀ ਹੈ, ਜਿਵੇਂ ਦਾ ਤੇਰਾ ਜੀ ਕਰਦਾ ਤੂੰ ਤੰਬੂ ਬਣਾ ਲਾ। ਫਿਰ ਲਿਖਿਆ ਇਤਿਹਾਸ ਵਿੱਚ ਵੀ ਕਾਬਲ ਦੇ ਇਲਾਕੇ ਦਾ 2 ਸਾਲ ਦਾ ਦਸਵੰਧ ਉਸ ਸਿੱਖ ਨੇ ਇਕੱਠਾ ਕੀਤਾ। 2 ਸਾਲਾਂ ਦੇ ਜਿਹੜਾ ਸੀ ਨਾ, ਸਾਲ ਬਾਅਦ ਸਿੱਖ ਦਸਵੰਧ ਕੱਢਦੇ, ਤੇ 2 ਸਾਲਾਂ ਦਾ ਦਸਵੰਧ ਇਕੱਠਾ ਕੀਤਾ ਤੇ 2.5 ਲੱਖ ਰੁਪਈਆ ਹੋਇਆ। ਉਹਨੇ ਕਿਹਾ ਉਹਦੇ ਵਾਸਤੇ 1.25 ਲੱਖ ਦਾ ਤੰਬੂ ਬਣਿਆ ਵਾ, ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ 2.5 ਲੱਖ ਦਾ ਤੰਬੂ ਬਣਾਉਣਾ। ਬੋਲੇ ਸੋ ਨਿਹਾਲ। ਤੇ ਉਹ 2.5 ਲੱਖ ਦਾ ਤੰਬੂ ਇਹ ਨਹੀਂ ਵੀ ਛੋਟਾ ਜਿਹਾ ਤੰਬੂ ਸੀ। ਉਸ ਤੰਬੂ ਦੇ ਸੰਬੰਧ ਵਿੱਚ ਪਿੱਛੇ ਇਤਿਹਾਸ ਵਿੱਚ ਕਈਆਂ ਥਾਵਾਂ ਤੇ ਜ਼ਿਕਰ ਆਇਆ ਕਿ ਜਦੋਂ ਤੰਬੂ ਲਾਇਆ ਜਾਂਦਾ ਸੀ, ਉਹਦੇ ਵਿੱਚ ਸਤਿਗੁਰਾਂ ਦਾ ਸਿੰਘਾਸਨ ਵੀ ਲਾਇਆ ਜਾਂਦਾ ਸੀ, ਉਹਦੇ 'ਚ ਸੰਗਤ ਵੀ ਬੈਠ ਜਾਂਦੀ ਸੀ, ਪੂਰਾ ਦੀਵਾਨ ਸੱਜ ਜਾਂਦਾ ਹੁੰਦਾ ਸੀ। ਉਹਦੇ ਵਿੱਚ ਹੀਰੇ ਮੋਤੀ ਚਾਂਦੀ ਤੇ ਸੋਨਾ ਵੀ ਲੱਗਾ ਹੋਇਆ ਸੀ। ਇਸ ਤਰ੍ਹਾਂ ਉਹ ਵੱਡਾ ਤੰਬੂ ਵੀ ਇੱਥੇ ਜ਼ਿਕਰ ਆਇਆ ਵੀ ਦੀਰਘ ਤੰਬੂ ਦੀਰਘ ਅਲਪ ਬਨਾਤੀ। ਜਿਹੜੇ ਵੱਡੇ ਤੇ ਛੋਟੇ ਤੰਬੂ ਸੀ ਉਹ ਸਾਰੇ ਇਕੱਠੇ ਕੀਤੇ ਗਏ। ਨਾਨਾ ਚਿਤਰਤ ਬਣੀ ਕਨਾਤੀ। ਤੇ ਨਾਨਾ ਪ੍ਰਕਾਰ ਦੀਆਂ ਜਿਹੜੀਆਂ ਚਿੱਤਰਕਾਰੀ ਕੀਤੀਆਂ ਹੋਈਆਂ ਕਨਾਤਾਂ ਬਣੀਆਂ ਸੀ। ਤੰਬੂ ਦੇ ਨਾਲ ਜਿਹੜੀਆਂ ਕਨਾਤਾਂ ਲਾਈਆਂ ਜਾਂਦੀਆਂ, ਪਰਦੇ ਲਾਏ ਜਾਂਦੇ, ਉਹ ਕਨਾਤਾਂ ਅਨੇਕ ਪ੍ਰਕਾਰ ਦੀਆਂ ਚਿੱਤਰਕਾਰੀ ਵਾਲੀਆਂ ਬਹੁਤ ਹੀ ਸੋਹਣੇ ਸੋਹਣੇ ਉੱਥੇ ਬੂਟੇ ਬਣੇ ਹੋਏ ਸਨ। ਇੱਕ ਥਲ ਕਰਕੇ ਆਗ ਲਗਾਈ। ਤੇ ਕੀਤਾ ਕੀ ਆ, ਉਹਨਾਂ ਸਾਰੀਆਂ ਕੀਮਤੀ ਵੱਡੇ ਤੇ ਛੋਟੇ ਤੰਬੂਆਂ ਨੂੰ ਇੱਕ ਥਾਂ ਕਰਵਾ ਕੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ
ਤੇ ਸਿੰਘਾਂ ਨੂੰ ਕਹਿ ਦਿੱਤਾ ਅੱਗ ਲਾ ਦਿਓ ਇਹਨੂੰ। ਅੱਗ ਲਾ ਦਿੱਤੇ ਗਏ। ਕੀਮਤੀ ਕੀਮਤੀ ਸਮਾਨ, ਕਿਉਂਕਿ ਅਨੰਦਪੁਰ ਸਾਹਿਬ ਛੱਡਿਆ ਜਾ ਰਿਹਾ ਹੈ। ਵੇਖੋ ਆਪਾਂ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਹਨਾਂ ਦਿਹਾੜਿਆਂ ਨੂੰ ਯਾਦ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ। ਤੇ ਇਹ ਕਹਿ ਦੇਣਾ ਹੀ ਸੌਖਾ ਵੀ ਅਨੰਦਪੁਰ ਸਾਹਿਬ ਛੱਡ ਦਿੱਤਾ। ਤੇ ਕਵੀ ਜੀ ਨੇ ਜਿਸ ਤਰੀਕੇ ਦੇ ਨਾਲ ਲਿਖਿਆ ਨਾ, ਕੱਲੀ ਕੱਲੀ ਗੱਲ ਦਾ ਜ਼ਿਕਰ ਕੀਤਾ ਭਾਈ ਸੰਤੋਖ ਸਿੰਘ ਜੀ ਨੇ। ਹੁਣ ਕਿੰਨਾ ਕੀਮਤੀ ਸਮਾਨ ਸੀ ਤੇ ਕਿੰਨੇ ਸਾਲਾਂ ਦਾ ਉੱਥੇ ਸਤਿਗੁਰਾਂ ਦਾ ਵਸੇਬਾ ਹੈ। ਸੰਗਤ ਵੱਲੋਂ ਕਿੰਨੀ ਮਾਇਆ ਭੇਟ ਕੀਤੀ ਗਈ, ਕਿੰਨਾ ਸੋਨਾ ਭੇਟ ਕੀਤਾ ਗਿਆ, ਕਿੰਨੀ ਚਾਂਦੀ ਭੇਟ ਕੀਤੀ ਗਈ, ਕਿੰਨੇ ਬਸਤਰ ਭੇਟ ਕੀਤੇ ਗਏ, ਕੋਈ ਹੈ ਲੇਖਾ ਜੋਖਾ? ਰੋਜ਼ ਦੇ ਰੋਜ਼ ਸੰਗਤ ਦਾ ਠਾਠਾਂ ਮਾਰਦਾ ਇਕੱਠ ਤੇ ਸਾਲਾ ਬੱਧੀ ਦਾ ਸਾਜੋ ਸਮਾਨ ਸੀਗਾ ਕਈਆਂ ਸਾਲਾਂ ਦਾ। ਤਾਂ ਹੁਣ ਜਿਹੜੇ ਵੱਡੇ ਤੇ ਛੋਟੇ ਜਿਹੜੇ ਤੰਬੂ ਆ ਤੇ ਅਨੇਕ ਪ੍ਰਕਾਰ ਦੀਆਂ ਸੋਹਣੀਆਂ ਕਨਾਤਾਂ, ਜਿਨ੍ਹਾਂ ਤੇ ਬੜੀ ਸੋਹਣੀ ਚਿੱਤਰਕਾਰੀ ਕੀਤੀ ਆ, ਲੱਖਾਂ ਰੁਪਈਏ ਲੱਗੇ ਉਹਨਾਂ ਦੇ ਉੱਤੇ, ਉਹਨਾਂ ਨੂੰ ਇੱਕ ਥਾਂ ਤੇ ਇਕੱਠੇ ਕਰਕੇ ਤੇ ਕਲਗੀਧਰ ਪਾਤਸ਼ਾਹ ਨੇ ਅੱਗ ਲਵਾ ਦਿੱਤੀ। ਕਵੀ ਸੈਨਾਪਤੀ ਜੀ ਨੇ ਸਤਿਗੁਰਾਂ ਦਾ ਇਤਿਹਾਸ ਲਿਖਿਆ। ਮਹਾਰਾਜ ਦੇ ਕਵੀਆਂ ਵਿੱਚੋਂ ਇੱਕ ਕਵੀ ਹੋਇਆ ਕਵੀ ਸੈਨਾਪਤੀ। ਉਹਨੇ ਆਖਿਆ ਵੀ ਜਿਵੇਂ ਪਰਮੇਸ਼ਰ ਵਾਹਿਗੁਰੂ ਨਿਰਲੇਪ ਹੈ ਨਾ, ਜਿਵੇਂ ਉਹ ਸੰਸਾਰ ਨੂੰ ਬਣਾਉਂਦਾ ਹੈ, ਸੰਸਾਰ ਨੂੰ ਢਾਉਂਦਾ ਹੈ, ਪਰ ਆਪ ਨਿਆਰਾ ਹੀ ਰਹਿੰਦਾ ਹੈ। ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਪਰਮੇਸ਼ਰ ਦਾ ਹੀ ਰੂਪ ਆ, 10ਵਾਂ ਜਾਮਾ ਧਾਰਨ ਕੀਤਾ। ਉਹਨਾਂ ਨੇ ਆਪ ਅਨੰਦਪੁਰ ਸਾਹਿਬ ਨੂੰ 4 ਚੰਨ ਲਾਏ, ਵਸਾਇਆ, ਤੇ ਆਪ ਹੀ ਤਿਆਗਣ ਲੱਗਿਆਂ ਵੀ ਦੇਰੀ ਨਹੀਂ ਲਾਈ, ਆਪ ਹੀ ਸਭ ਕੁਝ। ਵੇਖੋ ਤੰਬੂਆਂ ਨੂੰ ਅੱਗ ਲਵਾਈ ਮਹਾਰਾਜ ਨੇ। ਕੋਈ ਮੋਹ ਨਹੀਂ, ਕੋਈ ਲਗਾਅ ਨਹੀਂ। ਪਰਮੇਸ਼ਰ ਨੂੰ ਉਹ ਜਦੋਂ ਸੰਸਾਰ ਨੂੰ ਪੈਦਾ ਕਰਦਾ ਹੈ ਉਸ ਵੇਲੇ ਵੀ ਕੋਈ ਚਾਅ ਨਹੀਂ, ਤੇ ਜਿਸ ਵੇਲੇ ਸਮਾਪਤ ਕਰਦਾ ਉਸ ਵੇਲੇ ਵੀ ਕੋਈ ਦੁੱਖ ਨਹੀਂ ਹੁੰਦਾ। ਆਪਣੀ ਮੌਜ ਨਾਲ ਸ੍ਰਿਸ਼ਟੀ ਪੈਦਾ ਕਰ ਦਿੰਦਾ, ਆਪਣੀ ਮੌਜ ਦੇ ਨਾਲ ਸਮਾਪਤ ਕਰ ਦਿੰਦਾ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਤੇ ਐਸੀ ਹੀ ਲੀਲਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹੈ। ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਵਾ ਕਰਕੇ ਤੰਬੂ ਕਨਾਤਾਂ ਨੂੰ ਅੱਗ ਲਵਾ ਦਿੱਤੀ ਇੱਕ ਥਾਂ ਕਰਕੇ। ਵਸਤਰ ਆਦਿਕ ਸਭ ਦੀਏ ਜਲਾਈ। ਢੇਰ ਲੱਗੇ ਹੋਏ ਸੀ ਵਸਤਰਾਂ ਦੇ, ਕੀਮਤੀ ਤੋਂ ਕੀਮਤੀ ਵਸਤਰ ਸੀ। ਕਿਉਂਕਿ ਹਰੇਕ ਸਿੱਖ ਦੀ ਭਾਵਨਾ ਹੁੰਦੀ ਆ ਵੀ ਗੁਰੂ ਸਾਹਿਬ ਜੀ ਨੂੰ ਉਹ ਵਸਤੂ ਭੇਟ ਕਰਨੀ ਆ ਜਿਹੜੀ ਕੀਮਤੀ ਤੋਂ ਕੀਮਤੀ ਹੋਵੇ। ਹਰੇਕ ਸਿੱਖ ਵਧੀਆ ਤੋਂ ਵਧੀਆ ਵਸਤੂ ਭੇਟ ਕਰਦਾ ਹੈ ਗੁਰੂ ਸਾਹਿਬ ਜੀ। ਉਹ ਕੀਮਤੀ ਤੋਂ ਕੀਮਤੀ ਜਿਹੜੇ ਵਸਤਰ ਸਨ, ਵਸਤਰ ਆਦਿਕ ਸਾਰੇ ਜਿਹੜੇ ਉਹ ਇੱਕ ਥਾਂ ਤੇ ਇਕੱਠੇ ਕਰਕੇ ਉਹਨਾਂ ਨੂੰ ਵੀ ਅੱਗ ਲਵਾ ਕੇ ਸਾੜ ਦਿੱਤੇ ਹਨ। ਬਚਿਓ ਖਜ਼ਾਨਾ ਚੇਤਕ ਸ਼ੇਖ। ਬਾਕੀ ਜਿੰਨਾ ਖਜ਼ਾਨਾ ਹੋਰ ਬਚਿਆ ਸੀ, ਪਾਇਓ ਸਤੁਦਰਵ ਵਿਖੇ ਅਸ਼ੇਖ। ਉਹ ਸਾਰਾ ਸਤਲੁਜ ਦਰਿਆ ਵਿੱਚ ਪਵਾ ਦਿੱਤਾ। ਦੌਲਤ, ਸੋਨਾ ਚਾਂਦੀ, ਹੀਰੇ ਮੋਤੀ, ਸਭ ਖਜ਼ਾਨਾ, ਸਭ ਰੁਪਈਏ ਉਹ ਸਤਲੁਜ ਦਰਿਆ ਦੇ ਵਿੱਚ ਰੋੜ ਦਿੱਤੇ, ਰੁੜਵਾ ਦਿੱਤੇ। ਵਾਸਨ ਕੰਚਨ ਰਜਤ ਕੇ ਪੀਤਰ। ਕਹਿੰਦੇ ਭਾਂਡੇ ਸੀ ਸੋਨੇ ਦੇ, ਰਜਤ ਕਹਿੰਦੇ ਚਾਂਦੀ, ਚਾਂਦੀ ਦੇ, ਤੇ ਪੀਤਰ ਪਿੱਤਲ ਦੇ। ਜਿਹੜੇ ਸੋਨੇ, ਚਾਂਦੀ ਤੇ ਪਿੱਤਲ ਦੇ ਭਾਂਡੇ ਸਨ, ਡਾਰ ਦੀਏ ਸਭ ਜਲ ਕੇ ਭੀਤਰ। ਇਹ ਵੀ ਸਾਰੇ ਜਲ ਪ੍ਰਵਾਹ ਕਰ ਦਿੱਤੇ, ਪਾਣੀ ਦੇ ਵਿੱਚ ਰੋੜ ਦਿੱਤੇ। ਕਿਤਕ ਵਸਤ ਗਾਡੀ ਵਿੱਚ ਧਰਨੀ। ਤੇ ਕੁਝ ਵਸਤੂਆਂ ਜਿਹੜੀਆਂ ਸੀ ਨਾ, ਡੂੰਘੇ ਟੋਏ ਪਟਾ ਕੇ ਅਨੰਦਪੁਰ ਸਾਹਿਬ ਵੀ ਤੇ ਧਰਤੀ ਦੇ ਵਿੱਚ ਗੱਡ ਦਿੱਤੀਆਂ ਵੀ ਚੰਗੇ ਡੂੰਘੇ ਟੋਏ ਪੁੱਟੋ। ਜਿਹੜੀਆਂ ਵਸਤੂਆਂ ਰੋੜਨ ਵਾਲੀਆਂ ਸੀ ਉਹ ਰੋੜ ਦਿੱਤੀਆਂ, ਸੋਨਾ ਚਾਂਦੀ ਰੋੜ ਦਿੱਤਾ ਦਰਿਆ ਦੇ ਵਿੱਚ, ਤੇ ਬਾਕੀ ਜਿਹੜੀਆਂ ਵਸਤੂਆਂ ਗੱਡਣ ਵਾਲੀਆਂ ਸੀ ਉਹ ਡੂੰਘੇ ਟੋਏ ਪਟਾ ਕਰਕੇ ਅਨੰਦਪੁਰ ਸਾਹਿਬ ਵਿੱਚ ਗੱਡ ਦਿੱਤੀਆਂ ਗਈਆਂ। ਵਹਿਰ ਨ ਰਾਖੀ ਕਛ ਅਰ ਹਰਨੀ। ਤੇ ਕਹਿੰਦੇ ਹਨ ਕਿ ਬਾਹਰ ਨਹੀਂ ਕੋਈ ਵੀ ਵਸਤੂ ਰਹਿਣ ਦਿੱਤੀ, ਵੀ ਜਿਹੜਾ ਦੁਸ਼ਮਣ ਇੱਥੇ ਚੜ੍ਹ ਕੇ ਆਵੇ। ਹੁਣ ਅਨੰਦਪੁਰ ਸਾਹਿਬ ਛੱਡਿਆ ਜਾਣਾ ਵਾ ਤੇ ਉੱਥੇ ਦੁਸ਼ਮਣ ਨੇ ਤੇ ਆਉਣਾ ਹੀ ਆ। ਉਹਨਾਂ ਕਹਿਣਾ ਵੀ ਇੱਥੋਂ ਖਜ਼ਾਨਾ ਲੁੱਟ ਲਈਏ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਹੈ। ਵੀ ਉਹ ਦੁਸ਼ਮਣ ਨੂੰ, ਰਾਜਿਆਂ ਦੀ ਫੌਜ ਨੂੰ, ਔਰੰਗਜ਼ੇਬ ਦੀ ਫੌਜ ਨੂੰ, ਉਹਨਾਂ ਨੂੰ ਕੋਈ ਵਸਤੂ ਨਾ ਮਿਲੇ ਇੱਥੋਂ।
ਧਰਤੀ ਵਿੱਚ ਡੂੰਘੇ ਟੋਏ ਪਟਾ ਕਰਕੇ ਉੱਥੇ ਦੱਬ ਦਿੱਤੀਆਂ ਗਈਆਂ। ਐਸਾ ਜ਼ਿਕਰ ਆਇਆ ਸਾਧ ਸੰਗਤ ਜੀ, ਜਿਸ ਵੇਲੇ ਇੱਥੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੀ ਇਹ ਨਵਾਂ ਦਰਬਾਰ ਸਾਹਿਬ ਇਮਾਰਤ ਦੀ ਜਿਸ ਵੇਲੇ ਉਸਾਰੀ ਕੀਤੀ ਗਈ ਨਾ, ਜਦੋਂ ਮਹਾਂਪੁਰਖਾਂ ਨੇ ਸੇਵਾ ਉੱਥੇ ਕਰਵਾਈ ਗੁਰਮੁਖਾਂ ਨੇ, ਤੇ ਕਹਿੰਦੇ ਜਦੋਂ ਡੂੰਘੀਆਂ ਨੀਆਂ ਪੁੱਟੀਆਂ ਤੇ ਨੀਆਂ ਦੇ ਵਿੱਚੋਂ ਤਾਂਬੇ ਦਾ ਪੱਤਰਾ ਇੱਕ ਨਿਕਲਿਆ ਸੀ, ਕਿਉਂਕਿ ਕਈ ਵਸਤੂਆਂ ਮਹਾਰਾਜ ਨੇ ਗਡਾਈਆਂ ਉੱਥੇ ਟੋਏ ਪਟਾ ਪਟਾ ਕੇ। ਕਹਿੰਦੇ ਤਾਂਬੇ ਦਾ ਪੱਤਰਾ ਨਿਕਲਿਆ ਸੀ ਤੇ ਉਹਦੇ ਉੱਤੇ ਮਾਤਾ ਜੀ ਦਾ, ਗੁਰੂ ਕੇ ਮਹਿਲਾਂ ਦਾ ਤੇ ਸਾਹਿਬਜ਼ਾਦਿਆਂ ਦਾ ਪੂਰਾ ਨਾਮ ਦਿੱਤਾ ਹੋਇਆ ਸੀ, ਤੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਣ ਬਾਰੇ ਉਹਦੇ ਤੇ ਲਿਖਿਆ ਹੋਇਆ ਸੀ ਕਿ ਮਾਤਾਵਾਂ ਨੇ, ਮਾਤਾ ਗੁਜਰ ਕੌਰ ਜੀ ਨੇ, ਬਾਕੀ ਗੁਰੂ ਕੇ ਮਹਿਲਾਂ ਨੇ ਤੇ ਸਾਹਿਬਜ਼ਾਦਿਆਂ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਿਆ, ਤੇ ਉਹਨਾਂ ਦੇ ਨਾਮ ਦੇ ਨਾਲ ਸਿੰਘ, ਸਾਹਿਬਜ਼ਾਦਿਆਂ ਦੇ ਨਾਮ ਨਾਲ ਪੂਰਾ ਅੱਖਰ ਸਿੰਘ, ਮਾਤਾਵਾਂ ਦੇ ਨਾਲ ਕੌਰ ਅੱਖਰ ਲੱਗਾ। ਐਸਾ ਜ਼ਿਕਰ ਆਉਂਦਾ। ਤਾਂ ਉਹ ਡੂੰਘੇ ਟੋਏ ਪਟਾ ਕਰਕੇ ਵਸਤੂਆਂ ਧਰਤੀ ਵਿੱਚ ਗੜਵਾ ਦਿੱਤੀਆਂ ਕਿ ਬਾਹਰ ਦੁਸ਼ਮਣ ਨਾ ਉਹਨਾਂ ਨੂੰ ਪ੍ਰਾਪਤ ਕਰ ਸਕੇ। ਅਗਨ ਕੇ ਜਲ ਕੈ ਧਰਨ ਗੜਾਈ। ਕਹਿੰਦੇ ਵੀ ਕੁਝ ਅੱਗ ਦੇ ਵਿੱਚ ਪਾ ਦਿੱਤੀਆਂ, ਜਿਹੜੀਆਂ ਅੱਗ 'ਚ ਪਾਉਣ ਵਾਲੀਆਂ ਸੀ, ਜਿਹੜੀਆਂ ਜਲ ਵਿੱਚ ਰੋੜਨ ਵਾਲੀਆਂ ਸੀ ਉਹ ਜਲ ਵਿੱਚ ਵਸਤੂਆਂ ਰੋੜ ਦਿੱਤੀਆਂ, ਕੁਝ ਧਰਤੀ ਵਿੱਚ ਗੜਾ ਦਿੱਤੀਆਂ। ਸੋ ਸਭ ਦਫ਼ਤਰ ਪਰ ਲਿਖਵਾਈ। ਤੇ ਉਹ ਸਾਰਾ ਕੁਝ ਜਿਹੜਾ ਨਾ ਉਹ ਦਫ਼ਤਰ ਦੇ ਵਿੱਚ ਲਿਖਵਾ ਦਿੱਤਾ ਗਿਆ। ਜਿਵੇਂ ਜਿੰਨਾ ਵੀ ਚੜ੍ਹਤੇ ਚੜਾਵਾ ਚੜ੍ਹਦਾ ਉਹਦਾ ਲੇਖਾ ਜੋਖਾ ਹਿਸਾਬ ਕਿਤਾਬ ਤੇ ਰਜਿਸਟਰ ਤੇ ਲਿਖਿਆ ਜਾਂਦਾ ਨਾ, ਵੀ ਕਿੰਨਾ ਵਸਤੂ ਆਈ ਤੇ ਕਿੰਨਾ ਖਰਚ ਹੋਇਆ। ਤੇ ਮਹਾਰਾਜ ਸਾਹਿਬ ਕਹਿੰਦੇ ਵੀ ਲਿਖ ਲਓ ਸਿੰਘੋ ਇਹ ਸਾਰਾ ਖਜ਼ਾਨਾ। ਤੇ ਉਹ ਦਫ਼ਤਰ ਦੇ ਵਿੱਚ, ਕਿਉਂਕਿ ਖਜ਼ਾਨਚੀ ਸਿੰਘ ਸੀ ਮਹਾਰਾਜ ਦਾ, ਗੁਰੂ ਗੋਬਿੰਦ ਸਿੰਘ ਜੀ ਦਾ ਹਿਸਾਬ ਕਿਤਾਬ ਰੱਖਣ ਵਾਲਾ, ਵਸਤੂਆਂ ਦੇਣ ਵਾਲਾ ਵੀ ਤੇ ਸਾਂਭਣ ਵਾਲੇ ਵੀ। ਤੇ ਉਸ ਸਿੰਘ ਨੂੰ ਆਖਿਆ ਵੀ ਇਹ ਲਿਖ ਲਾ। ਮੌਜ ਦੇ ਮਾਲਕ ਕਹਿੰਦੇ ਲਿਖੋ ਵੀ ਇਹ ਜੋ ਕੁਝ ਖਜ਼ਾਨਾ। ਤੇ ਉਹ ਕਹਿੰਦੇ ਦਫ਼ਤਰ ਦੇ ਵਿੱਚ ਖਜ਼ਾਨਚੀ ਕੋਲੇ ਲਿਖਵਾ ਦਿੱਤਾ ਗਿਆ। ਤਿਨਕੇ ਨਾਮ ਲਿਖੀ ਸਭ ਵਸਤੂ। ਤੇ ਜਿਸ ਜਿਸ ਨੂੰ ਦਿੱਤੀ ਆ ਉਹਦੇ ਨਾਮ ਦੇ ਉੱਤੇ ਉਹ ਵਸਤੂਆਂ ਸਾਰੀਆਂ ਲਿਖ ਦਿੱਤੀਆਂ ਗਈਆਂ। ਭਾਈ ਵੀਰ ਸਿੰਘ ਜੀ ਨੇ ਲਿਖਿਆ, ਕਹਿੰਦੇ ਵੀ ਕਿਹਦੇ ਨਾਮ ਤੇ ਲਿਖੀਆਂ? ਕਹਿੰਦੇ ਕੁਝ ਧਰਤੀ ਦੇ ਨਾਮ ਤੇ ਲਿਖ ਦਿੱਤੀਆਂ ਵੀ ਧਰਤੀ 'ਚ ਗੱਡੀਆਂ ਗਈਆਂ। ਕੁਝ ਪਾਣੀ ਦੇ ਨਾਮ ਤੇ ਲਿਖ ਦਿੱਤੀਆਂ ਗਈਆਂ, ਕਹਿੰਦੇ ਵੀ ਪਾਣੀ ਦੇ ਨਾਮ ਤੇ ਲਿਖ ਦਿਓ ਵੀ ਪਾਣੀ 'ਚ ਰੋੜ ਦਿੱਤੀਆਂ ਗਈਆਂ। ਕੁਝ ਕਿਹਦੇ ਨਾਮ ਤੇ ਲਿਖੀਏ ਜੀ? ਕਹਿੰਦੇ ਅੱਗ ਦੇ ਨਾਮ ਤੇ ਲਿਖ ਦਿਓ, ਅੱਗ 'ਚ ਪਾ ਕੇ ਸਾੜ ਦਿੱਤੀਆਂ ਗਈਆਂ। ਅੱਗ 'ਚ ਪਾ ਕੇ ਸਾੜ ਦਿੱਤੀਆਂ ਗਈਆਂ, ਅੱਗ ਦੇ ਨਾਂ ਤੇ ਲਿਖੀਆਂ ਗਈਆਂ। ਪਾਣੀ ਜਿਹੜੀਆਂ ਸਤਲੁਜ 'ਚ ਰੋੜ ਦਿੱਤੀਆਂ ਗਈਆਂ ਉਹ ਪਾਣੀ ਦੇ ਨਾਂ ਲਿਖ ਦਿੱਤੀਆਂ। ਜਿਹੜੀਆਂ ਧਰਤੀ 'ਚ ਟੋਏ ਪੁੱਟ ਕੇ ਦੱਬ ਦਿੱਤੀਆਂ ਉਹ ਧਰਤੀ ਦੇ ਨਾਮ ਲਿਖ ਦਿੱਤੀਆਂ। ਖਜ਼ਾਨਚੀ ਨੇ ਲਿਖ ਦਿੱਤੀਆਂ। ਇਸ ਤਰ੍ਹਾਂ ਸਾਰੀਆਂ ਵਸਤੂਆਂ ਥਾਨ ਥਾਨ ਪ੍ਰਤ ਸੌਂਪ ਸਮਸਤ। ਇਸ ਤਰ੍ਹਾਂ ਥਾਂ ਥਾਂ ਤੇ ਸਾਰੀਆਂ ਵਸਤੂਆਂ ਸੌਂਪ ਦਿੱਤੀਆਂ, ਸਭ ਸਮਾਪਤ ਕਰ ਦਿੱਤੀਆਂ। ਤੀਸ਼ਨ ਸ਼ਸਤਰ ਸਕਲ ਕਢਵਾਏ। ਫਿਰ ਤਿੱਖੇ ਤਿੱਖੇ ਸ਼ਸਤਰ, ਤਿੱਖੇ ਤਿੱਖੇ ਹਥਿਆਰ। ਜਿਹੜਾ ਲੋਹਗੜ੍ਹ ਕਿਲ੍ਹਾ ਹੈ ਨਾ ਆਨੰਦਪੁਰ ਸਾਹਿਬ ਦੇ ਵਿੱਚ, ਉਹਦਾ ਨਾਮ ਹੀ ਲੋਹਗੜ੍ਹ ਤਾਂ ਹੈ ਕਿਉਂਕਿ ਉਹਦੇ ਵਿੱਚ ਲੋਹੇ ਦੇ ਸ਼ਸਤਰ ਤਿਆਰ ਕਰਵਾਏ ਜਾਂਦੇ ਸੀ। ਉੱਥੇ ਮਹਾਰਾਜ ਸਾਹਿਬ ਜੀ ਦੇ ਕਾਰੀਗਰ ਹੁੰਦੇ ਸੀ ਤੇ ਹਰ ਰੋਜ਼ ਉੱਥੇ ਘਾੜਤ ਘੜੀ ਜਾਂਦੀ ਸੀ, ਸ਼ਸਤਰ ਬਣਾਏ ਜਾਂਦੇ ਸੀ ਤਰ੍ਹਾਂ ਤਰ੍ਹਾਂ ਦੇ। ਉਹ ਜਿਹੜੇ ਤਿੱਖੇ ਤਿੱਖੇ ਹਥਿਆਰ ਵਾ, ਸ਼ਸਤਰ ਵਾ, ਨੇਜੇ, ਕਿਰਪਾਨਾਂ ਇਤਿਆਦਿਕ ਜਿਹੜੇ ਹਨ ਉਹ ਸਾਰੇ ਬਾਹਰ ਕਢਵਾਏ ਗਏ। ਸਿੰਘਨ ਕੇ ਅੰਗਨ ਲਗਵਾਏ। ਤੇ ਸਾਰੇ ਸਿੰਘਾਂ ਦੇ ਅੰਗਾਂ ਦੇ ਨਾਲ ਲਗਵਾ ਦਿੱਤੇ, ਭਾਵ ਸਿੰਘਾਂ ਨੂੰ ਸੌਂਪ ਦਿੱਤੇ ਸ਼ਸਤਰ। ਜਿੰਨੇ ਕੋਈ ਸ਼ਸਤਰ ਲੈਣਾ ਚਾਹੁੰਦਾ ਉਹ ਸਿੰਘਾਂ ਨੂੰ ਸ਼ਸਤਰ ਵੰਡ ਦਿੱਤੇ। ਹੁਣ ਸ੍ਰੀ ਮੁਖ ਸਭ ਕੋ ਫੁਰਮਾਏ। ਫਿਰ ਸੁਭਾਏਮਾਨ ਮੁਖੜੇ ਤੋਂ ਸਾਰਿਆਂ ਨੂੰ ਫਰਮਾਨ ਕੀਤਾ ਦਸ਼ਮੇਸ਼ ਪਾਤਸ਼ਾਹ ਜੀ ਨੇ। ਨਿਕਸੋ ਰਾਤ ਮਹਾ ਤਮਸ਼ਾਏ। ਮਹਾਰਾਜ ਕਹਿੰਦੇ ਸਿੰਘੋ ਰਾਤ ਦੇ ਸਮੇਂ ਆਨੰਦਗੜ੍ਹ ਦਾ ਕਿਲ੍ਹਾ ਛੱਡੋ ਭਾਈ। ਜਿਸ ਵੇਲੇ ਬਹੁਤ ਜ਼ਿਆਦਾ ਹਨੇਰਾ ਛਾਇਆ ਹੋਵੇਗਾ ਤੇ ਹਨੇਰੀ ਰਾਤ ਦੇ ਸਮੇਂ ਇਹ ਆਨੰਦਪੁਰ ਸਾਹਿਬ ਛੱਡਿਓ। ਹੋਰ ਹੋਤ ਲੋ ਪਹੁੰਚੋ ਦੂਰ। ਰਾਤ ਦੇ ਸਮੇਂ ਕਿਲ੍ਹਾ ਛੱਡਾਂਗੇ ਤੇ ਦਿਨ ਚੜ੍ਹਨ ਤੱਕ ਦੂਰ ਪਹੁੰਚ ਜਾਵਾਂਗੇ, ਰਾਤ ਰਾਤ ਸਫ਼ਰ ਕਰਕੇ। ਸਿੰਘੋ ਰਾਤ ਦੇ ਸਮੇਂ ਕਿਲ੍ਹਾ ਛੱਡੀਏ ਤੇ ਦਿਨ ਚੜ੍ਹਨ ਦੇ ਨਾਲ, ਦਿਨ ਦੇ ਚੜ੍ਹਾਅ ਦੇ ਨਾਲ ਆਪਾਂ ਦੂਰ ਪਹੁੰਚ ਜਾਵਾਂਗੇ। ਸਾਵਧਾਨ
ਜਹੋ ਮਨ ਸੂਰ। ਤੇ ਸੂਰਮੇ ਬਣ ਕੇ ਸਾਵਧਾਨ ਹੋ ਕੇ ਰਿਓ, ਢਿੱਲ ਮੱਠ ਨਾ ਵਰਤਿਓ। ਐ ਪੂਰੇ ਤਿਆਰ ਬਰ ਤਿਆਰ ਸਾਵਧਾਨ ਹੋ ਕਰਕੇ, ਕਿਉਂਕਿ ਜਦੋਂ ਆਪਾਂ ਕਿਲਾ ਛੱਡਣਾ ਫਿਰ ਅਗਲੇ ਪਾਸਿਓਂ ਹਮਲਾ ਵੀ ਹੋਣਾ ਹੈ। ਇਸ ਕਰਕੇ ਸਾਵਧਾਨ ਹੋ ਕਰਕੇ ਸੂਰਮੇ ਬਣ ਕੇ ਜਾਇਓ। 21 ਸੈ ਕੋਸਨ ਲਗ ਰਾਜੂ। ਇੱਥੇ ਕਵੀ ਜੀ ਆਪਣੇ ਵੱਲੋਂ ਜ਼ਿਕਰ ਕਰਦੇ ਆ। ਪਿਛਲੇ ਬਚਨ ਕਲਗੀਧਰ ਪਾਤਸ਼ਾਹ ਦੇ ਸੀ, ਜਿਵੇਂ ਮਹਾਰਾਜ ਨੇ ਆਖੇ, ਇੱਥੇ ਹੁਣ ਕਵੀ ਜੀ ਬੋਲਦੇ। ਕਹਿੰਦੇ ਵੀ ਜਿਸ ਔਰੰਗਜ਼ੇਬ ਬਾਦਸ਼ਾਹ ਦਾ ਸਾਰੇ ਹਿੰਦੁਸਤਾਨ ਤੇ ਰਾਜ ਸੀ, ਏਡੇ ਵੱਡੇ ਮੁਲਕ ਦਾ ਜਿਹੜਾ ਬਾਦਸ਼ਾਹ ਹੈ, 21 ਸੈ ਕੋਸਣ 2100 ਕੋਹਾਂ ਲੱਗ, ਕੋਹਾਂ ਤੱਕ ਜਿਸ ਦਾ ਰਾਜ ਭਾਗ ਸੀ। ਅਪਰ ਕਹਾਂ ਲਗ ਗਿਨਹਿ ਸਮਾਜੂ। ਤੇ ਹੋਰ ਉਹਦੇ ਕੋਲੇ ਕਿੰਨੀ ਕੁ ਫੌਜ ਸੀ, ਕਿੰਨਾ ਕੁ ਸਾਜੋ ਸਮਾਨ ਸੀ, ਕਿੰਨੀ ਕੁ ਗਿਣਤੀ ਕਰੀਏ, ਕਹਿੰਦੇ ਕੋਈ ਗਿਣਤੀ ਨਹੀਂ। ਔਰੰਗਜ਼ੇਬ ਦੇ ਕੋਲੇ ਕਿੰਨੀ ਜ਼ਿਆਦੀ ਫੌਜ, ਕਿੰਨਾ ਖਜ਼ਾਨਾ, ਕਿੰਨਾ ਅਸਲਾ, ਕਿੰਨੀ ਘੋੜਿਆਂ ਵਾਲੀ ਫੌਜ, ਕਿੰਨੀ ਪੈਦਲ ਫੌਜ, ਕਿੰਨੀ ਹਾਥੀਆਂ ਵਾਲੀ, ਕਿੰਨੀ ਊਠਾਂ ਵਾਲੀ, ਉਹ ਕੋਈ ਗਿਣਤੀ ਨਹੀਂ। ਇਸ ਕਰਕੇ ਕਿੰਨਾ ਕੁ ਉਹਦਾ ਸਾਜੋ ਸਮਾਨ ਗਿਣਿਆ ਜਾਵੇ। ਸੈਨ ਕੋਸ਼ ਅਨਗਨ ਜਿਸ ਪਾਸੀ। ਜਿਸ ਔਰੰਗਜ਼ੇਬ ਬਾਦਸ਼ਾਹ ਦੇ ਕੋਲੇ ਫੌਜ ਵੀ ਅਣਗਿਣਤੀ ਆ ਤੇ ਖਜ਼ਾਨਾ ਵੀ ਅਣਗਿਣਤ ਹੈ। ਪਚ ਹਾਰਿਓ ਅਬ ਰੰਗ ਬਲ ਰਾਸੀ। ਜਿਹੜਾ ਆਪਣੇ ਆਪ ਨੂੰ ਬਹੁਤ ਵੱਡੀ ਤਾਕਤ ਦਾ ਮਾਲਕ ਸਮਝਦਾ ਸੀ ਔਰੰਗਜ਼ੇਬ ਬਾਦਸ਼ਾਹ, ਕਿ ਮੈਂ ਬਹੁਤ ਵੱਡਾ ਬਲ ਵਾਲਾ ਹਾਂ, ਕਵੀ ਭਾਈ ਸੰਤੋਖ ਸਿੰਘ ਕਹਿੰਦੇ ਉਹ ਪਚ ਹਾਰਿਆ, ਉਹ ਥੱਕ ਹਾਰਿਆ, ਉਹਦੀ ਵਾਹ ਕੋਈ ਨਹੀਂ ਗਈ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਤੋਂ ਆਪਣੇ ਜ਼ੋਰ ਦੇ ਨਾਲ ਫਤਿਹਜਾਬੀ ਨਹੀਂ ਲੈ ਸਕਿਆ, ਜਿੱਤ ਨਹੀਂ ਸਕਿਆ। ਏਡੇ ਵੱਡੇ ਰਾਜ ਦਾ ਮਾਲਕ, ਇੰਨੇ ਵੱਡੇ ਖਜ਼ਾਨੇ ਦਾ ਮਾਲਕ, ਇੰਨੀ ਵੱਡੀ ਫੌਜ ਦਾ ਮਾਲਕ ਔਰੰਗਜ਼ੇਬ ਬਾਦਸ਼ਾਹ, ਉਹ ਆਪਣੀ ਤਾਕਤ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਤ ਨਾ ਸਕਿਆ। ਉਹਨੂੰ ਕੁਰਾਨ ਦੀ ਸਹੁੰ ਖਾਣੀ ਪਈ ਕਿਲਾ ਖਾਲੀ ਕਰਾਉਣ ਵਾਸਤੇ, ਉਹਨੂੰ ਖੁਦਾ ਦੀ ਕਸਮ ਖਾਣੀ ਪਈ, ਉਸ ਨੂੰ ਮੁਹੰਮਦ ਸਾਹਿਬ ਦੀ ਕਸਮ ਚੁੱਕਣੀ ਪਈ, ਜਿਹੜਾ ਏਡਾ ਵੱਡਾ ਰਾਜ ਭਾਗ ਦਾ ਮਾਲਕ ਸੀ। ਪਚ ਹਾਰਿਓ ਔਰੰਗ ਬਲ ਰਾਸੀ, ਵੱਡੇ ਬਲ ਵਾਲਾ ਔਰੰਗਜ਼ੇਬ ਉਹ ਪਚ ਹਾਰਿਆ, ਥੱਕ ਹਾਰਿਆ, ਉਹਦੀ ਵਾਹ ਕੋਈ ਨਹੀਂ ਚੱਲੀ। ਆਪਣੇ ਜ਼ੋਰ ਦੇ ਨਾਲ, ਆਪਣੀ ਤਾਕਤ ਦੇ ਨਾਲ ਕਿਲਾ ਖਾਲੀ ਨਹੀਂ ਕਰਵਾ ਸਕਿਆ। ਆਨੰਦਪੁਰ ਕੇ ਹੇਤ ਛੁਡਾਵਨ। ਤੇ ਆਨੰਦਪੁਰ ਸਾਹਿਬ ਨੂੰ ਛਡਾਉਣ ਦੇ ਵਾਸਤੇ ਦੇਸ਼ ਸਭ ਗਿਰਪਤ ਕੋ ਦਲ ਚੜ ਆਵਨ। ਤੇ ਸਾਰੇ ਪਹਾੜੀ ਰਾਜਿਆਂ ਦੀ ਵੀ ਫੌਜ ਚੜ ਕੇ ਆ ਗਈ। ਨਾ ਔਰੰਗਜ਼ੇਬ ਦੀ ਫੌਜ ਕਿਲਾ ਖਾਲੀ ਕਰਵਾ ਸਕੀ, ਨਾ ਸਾਰੇ 22 ਧਾਰ ਦੇ ਰਾਜਿਆਂ ਦੀ ਫੌਜ ਕਿਲਾ ਖਾਲੀ ਕਰਵਾ ਸਕੀ। 22 ਧਾਰ ਦੇ ਰਾਜੇ ਵੀ ਸਾਰੇ ਆਏ। ਸਰਹੰਦ ਦਾ ਸੂਬਾ ਵੀ ਆਪਣੀ ਫੌਜ ਲੈ ਕੇ ਆਇਆ ਵਜੀਦ ਖਾਂ, ਲਾਹੌਰ ਦਾ ਸੂਬਾ ਜ਼ੇਰ ਦਸਤ ਖਾਂ ਵੀ ਆਪਣੀ ਫੌਜ ਲੈ ਕੇ ਆਇਆ, ਖਵਾਜਾ ਮਰਦੂਦ 10 ਲੱਖ ਫੌਜ ਲੈ ਕੇ ਆਇਆ ਦਿੱਲੀੋਂ। ਇੰਨੀ ਫੌਜ ਇਕੱਠੀ ਹੋ ਕੇ 7 ਮਹੀਨੇ ਤੋਂ ਵੱਧ ਘੇਰਾ ਪਾ ਕੇ ਬੈਠੇ ਰਹੇ ਤੇ ਨਹੀਂ ਕਿਲਾ ਖਾਲੀ ਕਰਵਾ ਸਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸੋਂ। ਤੋ ਇਸ ਕਰਕੇ ਕਹਿੰਦੇ ਵੀ ਸਭ ਗਿਰਪਤ ਕੋ ਦਲ ਚੜ੍ਹ ਆਵਣ, ਸਾਰੇ ਪਹਾੜੀ ਰਾਜਿਆਂ ਦਾ ਦਲ ਚੜ੍ਹ ਕੇ ਆਇਆ। ਮੂਰਖ ਲਾਏ ਲਾਏ ਬਲ ਹਾਰੇ। ਮੂਰਖ ਆਪਣਾ ਜ਼ੋਰ ਲਾ ਲਾ ਕੇ ਹਾਰ ਗਏ, ਹੰਬ ਗਏ। ਦੇਸ਼ ਵਿਦੇਸ਼ ਸੂਰਮਾ ਸਾਰੇ। ਦੇਸ਼ ਤੇ ਵਿਦੇਸ਼ ਦੇ ਸਾਰੇ ਸੂਰਮੇ ਕਿਸ ਕੋ ਬਲ ਨਹਿ ਚੱਲਿਓ ਕਦਾਈ। ਜਿਹੜੇ ਆਪਣੇ ਆਪ ਨੂੰ ਬੜੇ ਵੱਡੇ ਸੂਰਮੇ ਕਹਾਉਂਦੇ ਸੀ, ਕਈ ਪਹਾੜੀ ਰਾਜਿਆਂ ਦੇ ਵਿੱਚ, ਕਈ ਔਰੰਗਜ਼ੇਬ ਦੀ ਫੌਜ ਵਿੱਚ, ਪਰ ਕਿਸੇ ਦਾ ਬਲ ਨਹੀਂ ਚੱਲ ਸਕਿਆ ਕਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ। ਪਚ ਪਚ ਬੈਠੇ ਰਿਪ ਸਮੁਦਾਈ। ਬਸ ਸਾਰੇ ਪਚ ਪਚ ਕੇ ਉਹ ਜਿੰਨੇ ਵੀ ਦੁਸ਼ਮਣ ਸਨ ਉਹ ਬੈਠ ਗਏ, ਸਾਰੇ ਹਾਰ ਟੁੱਟ ਗਏ। ਨਹੀਂ ਦੂਣ ਸ਼ੋਰੀ ਕਿਸ ਕਾਲ। ਨਹੀਂ ਸਤਿਗੁਰੂ ਸਾਹਿਬ ਜੀ ਨੇ ਇਹ ਆਨੰਦਪੁਰ ਸਾਹਿਬ ਦੀ ਦੂਣ, ਇਹ ਜਿਹੜਾ ਇਲਾਕਾ ਹੈ, ਉਸ ਨੂੰ ਕਿਸੇ ਸਮੇਂ ਇਹਨਾਂ ਦੇ ਦਬਾਅ ਦੇ ਹੇਠ ਨਹੀਂ ਛੱਡਿਆ ਹੈ। ਰਾਖਿਓ ਆਪਣੋ ਤੇਜ ਵਿਸਾਲ। ਆਪਣਾ ਤੇਜ ਤਪ, ਆਪਣਾ ਪ੍ਰਤਾਪ ਮਹਾਰਾਜ ਨੇ ਬਣਾ ਕੇ ਰੱਖਿਆ ਹੈ। ਸਿੱਖ ਸਖਾ ਕੋ ਵਾਯੂ ਨ ਤਾਤੀ। ਆਪਣੇ ਸਿੱਖਾਂ ਸੇਵਕਾਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ ਸਤਿਗੁਰਾਂ ਨੇ। ਸੁਖ ਸੋ ਸੁਪਤ ਨਦੀਏ ਅਰਾਤੀ। ਤੇ ਜਿਹੜੇ ਘੇਰਾ ਪਾ ਕੇ ਬੈਠੇ ਉਹਨਾਂ ਦੁਸ਼ਮਣਾਂ ਨੂੰ ਕਦੀ ਸੁੱਖ ਦੀ ਨੀਂਦ ਨਹੀਂ ਸੌਣ ਦਿੱਤਾ। ਜੇ ਇੰਨੇ ਮਹੀਨੇ ਉਹਨਾਂ ਘੇਰਾ ਪਾ ਕੇ ਬੈਠੇ ਹੋ ਕਿਤੇ ਸੁੱਤੇ ਥੋੜ੍ਹਾ ਰਹੇ ਉੱਥੇ,
ਉਹ ਡਰਦੇ ਹੀ ਰਹੇ, ਕੰਬਦੇ ਹੀ ਰਹੇ ਵੀ ਪਤਾ ਨਹੀਂ ਕਿਹੜੇ ਵੇਲੇ ਤੀਰ ਆ ਜਾਣਾ। ਹਾਲਾਂਕਿ ਮਹਾਰਾਜ ਨੇ ਆਖਿਆ ਸੀ ਇੰਜ ਨਹੀਂ ਅਸੀਂ ਮਾਰਦੇ ਹੁੰਦੇ, ਜਦੋਂ ਮਾਰਾਂਗੇ ਸਾਹਮਣੇ ਹੀ ਮਾਰਾਂਗੇ। ਤੇ ਜਿਸ ਵੇਲੇ ਹਮਲਾ ਹੁੰਦਾ ਸੀ, ਕਿਤੇ ਹੱਥ ਪੈਂਦੇ ਸੀ, ਤੇ ਉਸ ਵੇਲੇ ਇਹ ਆਪਸ ਦੇ ਵਿੱਚ ਸੂਰਮੇ ਲੜ ਕੇ ਸ਼ਹੀਦੀਆਂ ਪਾਉਂਦੇ ਸਨ। ਤਾਂ ਕਹਿੰਦੇ ਹਨ ਕਿ ਦੁਸ਼ਮਣਾਂ ਨੂੰ ਸੁੱਖ ਦੀ ਨੀਂਦ ਨਹੀਂ ਸੌਣ ਦਿੱਤਾ। ਗਿਰ ਕੇ ਜਨ ਰਾਜੇ ਸਮੁਦਾਇ, ਜਿੰਨੇ ਪਹਾੜਾਂ ਦੇ ਇਹ ਲੋਕ ਸਨ ਤੇ ਪਹਾੜੀ ਰਾਜੇ ਸੀ ਸਾਰੇ, ਆਪਨ ਤੇਜ ਤਰ ਰਖੇ ਦਬਾਈ, ਆਪਣੇ ਤੇਜ ਪ੍ਰਤਾਪ ਦੇ ਤਰ ਥੱਲੇ ਦਬਾ ਕੇ ਰੱਖੇ ਸਾਰੇ। ਗੁਰੂ ਬਹਾਦਰ ਬੜੇ ਵਡੇਰੇ, ਇਹ ਸਾਰਿਆਂ ਨੂੰ ਇਹ ਗੱਲ ਕਹਿਣੀ ਪਈ ਵੀ ਗੁਰੂ ਗੋਬਿੰਦ ਸਿੰਘ ਬਹੁਤ ਵੱਡੇ ਬਹਾਦਰ ਵਾ। ਇਹ ਸਾਰੇ ਮੰਨਦੇ ਆ, ਘੇਰਾ ਵੀ ਪਾ ਕੇ ਬੈਠੇ ਆ, ਤੇ ਗੁਰੂ ਸਾਹਿਬ ਨੂੰ ਜਿੱਤਣਾ ਵੀ ਚਾਹੁੰਦੇ ਆ, ਤੇ ਕੰਬਦੇ ਵੀ ਆ, ਤੇ ਆਪਸ ਵਿੱਚ ਗੱਲਾਂ ਵੀ ਕਰਦੇ ਆ। ਤੇ ਜਿੰਨੀ ਫੌਜ ਆ ਉਹ ਵੀ ਸਾਰੀ ਕਹਿੰਦੀ ਆ ਵੀ ਗੁਰੂ ਗੋਬਿੰਦ ਸਿੰਘ ਬੜਾ ਬਹਾਦਰ ਆ। ਉਂਝ ਸਵਾਦ ਵੀ ਤਾਂ ਹੀ ਆਉਂਦਾ ਜਦੋਂ ਦੁਸ਼ਮਣ ਆਖੇ, ਤੇ ਆਪਣੇ ਤਾਂ ਕਹਿੰਦੇ ਹੀ ਕਹਿੰਦੇ ਆ। ਜਦੋਂ ਦੁਸ਼ਮਣ ਵੀ ਆਖੇ ਤੇ ਫਿਰ ਗੱਲ ਬਣਦੀ, ਜਦੋਂ ਦੁਸ਼ਮਣ ਵੀ ਮਹਿਮਾ ਕਰੇ। ਦੁਸ਼ਮਣ ਨੇ ਵੀ ਮਹਿਮਾ ਕੀਤੀ, ਉਹ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਜੀ ਬੜੇ ਬਹਾਦਰ ਵਾ, ਬਹੁਤ ਵੱਡੇ ਹਨ। ਰਿਪ 10 ਲੱਖ ਨ ਢੂਕੇ ਨੇਰੇ, ਕਹਿੰਦੇ 10 ਲੱਖ ਤੋਂ ਇਹ ਵਧੇਕ ਹੀ ਸੀ ਫੌਜ। 10 ਲੱਖ ਦਾ ਜ਼ਿਕਰ ਆਇਆ ਹੈ। ਕਹਿੰਦੇ 10 ਲੱਖ ਦੁਸ਼ਮਣ ਜਿਹੜਾ ਉਹ ਨੇੜੇ ਨਹੀਂ ਢੁੱਕਣ ਦਿੱਤਾ ਹੈ। ਕੋਸ ਕੋਸ ਲਗ ਦੂਰ ਟਿਕਾਏ, ਕੋਹਾਂ ਕੋਹਾਂ ਤੱਕ ਦੂਰ ਟਿਕਾ ਕੇ ਰੱਖੇ ਮਹਾਰਾਜ ਨੇ, ਨੇੜੇ ਨਹੀਂ ਆਉਣ ਦਿੱਤੇ ਆਨੰਦਪੁਰ ਸਾਹਿਬ ਦੇ। ਮਾਰ ਹਜ਼ਾਰਾਂ ਵੀਰ ਖਪਾਏ, ਤੇ ਇਹਨਾਂ ਮਹੀਨਿਆਂ ਦੇ ਵਿੱਚ, 7 ਮਹੀਨਿਆਂ ਦੇ ਵਿੱਚ ਹਜ਼ਾਰਾਂ ਜਿਹੜੇ ਸੀ ਉਹ ਮਾਰ ਕੇ ਖਪਾ ਦਿੱਤੇ। ਸੋ ਪ੍ਰਭ ਆਪ ਦੁਰਗ ਕੋ ਸ਼ੋਰ, ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਪ੍ਰਭੂ ਐਸੇ ਬਲੀ ਬਹਾਦਰ ਸਤਿਗੁਰੂ ਆਪ ਕਿਲਾ ਛੱਡਣ ਲੱਗੇ। ਆਪ ਜੇ ਚਾਹੁੰਦੇ ਤੇ ਭਾਵੇਂ ਨਾ ਛੱਡਦੇ, ਪਰ ਗਰੀਬ ਨਵਾਜ਼ ਸਾਹਿਬ ਜੀ ਆਪ ਹੁਣ ਜਦੋਂ ਸਿੰਘਾਂ ਨੇ ਬਦਾਵਾ ਦੇ ਦਿੱਤਾ ਹੈ, ਉਸ ਤੋਂ ਬਾਅਦ ਬਾਕੀ ਜਿਨ੍ਹਾਂ ਸਿੰਘਾਂ ਨਹੀਂ ਬਦਾਵਾ ਦਿੱਤਾ ਉਹਨਾਂ ਨੂੰ ਆਪ ਕਹਿ ਦਿੱਤਾ ਵੀ ਸਿੰਘੋ ਹੁਣ ਕਿਲਾ ਛੱਡ ਗਏ। ਹੁਣ ਕਹਿੰਦੇ ਵੀ ਐਸੇ ਜਿਸ ਸਤਿਗੁਰੂ ਜੀ ਤੋਂ ਇਹ 7 ਮਹੀਨਿਆਂ ਤੋਂ ਵਧੇਕ ਸਮੇਂ ਵਿੱਚ ਸਾਰੀ ਫੌਜ ਨਹੀਂ ਕਿਲਾ ਖਾਲੀ ਕਰਵਾ ਸਕੀ, ਆਖਿਰ ਇਹਨਾਂ ਨੇ ਕਸਮਾਂ ਖਾਧੀਆਂ ਵੀ ਤੁਸੀਂ ਕਿਲਾ ਛੱਡ ਦਿਓ, ਅਸੀਂ ਤੁਹਾਡੇ ਉੱਤੇ ਹਮਲਾ ਨਹੀਂ ਕਰਾਂਗੇ। ਮਹਾਰਾਜ ਜਾਣਦੇ ਆ ਵੀ ਇਹਨਾਂ ਨੇ ਹਮਲਾ ਕਰਨਾ ਵਾ, ਇਸ ਕਰਕੇ ਸਿੰਘਾਂ ਨੂੰ ਕਹਿ ਦਿੱਤਾ ਸੀ ਵੀ ਇਹਨਾਂ ਤੇ ਇਤਬਾਰ ਨਾ ਕਰੋ, ਇਹਨਾਂ ਦੀਆਂ ਕਸਮਾਂ ਝੂਠੀਆਂ ਵਾ। ਕਹਿੰਦੇ ਵੀ ਐਸੇ ਪ੍ਰਭੂ ਜੀ ਆਪ ਹੁਣ ਕਿਲਾ ਛੱਡਣ ਲੱਗੇ ਹਨ। ਚਹਿਓ ਭਿਆਨਾ ਦਰਸ਼ਨ ਹੋਰ, ਕਿਉਂਕਿ ਚਾਹੁੰਦੇ ਆ ਸਤਿਗੁਰੂ ਜੀ ਕਿ ਹੁਣ ਕਿਲਾ ਛੱਡ ਕੇ, ਆਨੰਦਪੁਰ ਸਾਹਿਬ ਛੱਡ ਕਰਕੇ ਤੇ ਮਾਲਵੇ ਥਾਣੀ ਵਿਚਰਦਿਆਂ ਹੋਇਆਂ ਦੱਖਣ ਵੱਲ ਜਾਈਏ। ਸਭ ਕੇ ਗਰਭ ਬੜੇ ਕਰ ਭੰਜਨ, ਸਭ ਹੰਕਾਰੀਆਂ ਦੇ ਵੱਡੇ ਵੱਡੇ ਹੰਕਾਰ ਭੰਨ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਨੇ, ਹੰਕਾਰ ਤੋੜ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਵੱਡੇ ਵੱਡੇ ਹੰਕਾਰੀਆਂ ਦੇ ਹੰਕਾਰ ਚਕਨਾ ਚੂਰ ਕਰ ਦਿੱਤੇ। ਸੰਤਨ ਜਨ ਕੇ ਮਨ ਕਰ ਰੰਜਨ, ਤੇ ਆਪਣੇ ਸੰਤ ਜਨਾਂ ਪਿਆਰੇ ਗੁਰਸਿੱਖਾਂ ਦੇ ਮਨ ਨੂੰ ਪ੍ਰਸੰਨ ਕਰਨ ਵਾਸਤੇ ਸਤਿਗੁਰੂ ਜੀ ਚੱਲੇ ਹਨ। ਮਹਾਪ੍ਰਤਾਪ ਦਿਖਾਏ ਵਿਚక్షਣ, ਜਿਨ੍ਹਾਂ ਨੇ ਆਪਣਾ ਪਿਛਲੇ ਸਮੇਂ ਵਿੱਚ ਵੀ ਹੁਣ ਤੱਕ ਵੱਡਾ ਪ੍ਰਤਾਪ ਵਿਖਾਇਆ ਹੈ, ਤੇ ਅਗਲੇ ਸਮੇਂ ਵਿੱਚ ਵੀ ਜੋ ਜੋ ਕਾਰਨਾਮੇ ਕਰਨੇ ਸਤਿਗੁਰਾਂ ਨੇ, ਕਿਲਾ ਛੱਡ ਕੇ ਉਸ ਤੋਂ ਬਾਅਦ ਜੋ ਕੁਝ ਕਰਨਾ ਹੈ ਉਹਦੇ ਵਿੱਚ ਵੀ ਵੱਡਾ ਪ੍ਰਤਾਪ ਵਿਖਾਉਣਾ ਹੈ। ਉਹ ਵੱਡਾ ਪ੍ਰਤਾਪ ਵਿਖਾਉਣ ਵਾਸਤੇ ਸਿਆਣੇ ਸਤਿਗੁਰੂ ਜੀ ਚੱਲੇ। ਚਾਹਤ ਭਏ ਜਾਨ ਪੁਨ ਦਰਸ਼ਨ, ਮਹਾਰਾਜ ਨੇ ਚਾਹਤ ਕੀਤੀ ਹੈ, ਚਾਹੁੰਦੇ ਹਨ ਹੁਣ ਦੱਖਣ ਦੇ ਇਲਾਕੇ ਨੂੰ ਜਾਣਾ। ਜਿਮ ਸ੍ਰੀ ਕ੍ਰਿਸ਼ਨ ਕੀਨ ਰਣ ਸੁਥਰਾ, ਭਾਈ ਸੰਤੋਖ ਸਿੰਘ ਜੀ ਆਪਣੇ ਵੱਲੋਂ ਇਹ ਜ਼ਿਕਰ ਕਰਦੇ ਆ, ਕਹਿੰਦੇ ਜਿਵੇਂ ਸ੍ਰੀ ਕ੍ਰਿਸ਼ਨ ਜੀ ਨੇ ਜੰਗ ਕੀਤਾ ਸੀ, ਸੁਥਰਾ ਨਾਮ ਹੈ, ਬੜਾ ਸਾਫ ਸੁਥਰਾ, ਬੜਾ ਚੰਗਾ ਜੰਗ ਕੀਤਾ ਸੀ। ਹੁਣ ਦਰਸ਼ਨ ਗਮਨੇ ਤਜ ਮਥੁਰਾ, ਕਹਿੰਦੇ ਵੀ ਉਹ ਵੀ ਮਥੁਰਾ ਨੂੰ ਛੱਡ ਕਰਕੇ ਫਿਰ ਦੱਖਣ ਵੱਲ ਨੂੰ ਚਲੇ ਗਏ ਸਨ। ਮਥੁਰਾ ਨੂੰ ਛੱਡ ਕਰਕੇ ਤੇ ਫਿਰ ਉਹ ਦਵਾਰਕਾਪੁਰੀ ਚਲੇ ਗਏ ਸਨ, ਜੋ ਸਮੁੰਦਰ ਦੇ ਵਿੱਚ ਹੈ। ਸਿੱਖ ਕੁਟੰਬ ਤੇ ਭਏ ਉਦਾਸ, ਇਸੇ ਤਰ੍ਹਾਂ ਕਹਿੰਦੇ ਵੀ ਸਤਿਗੁਰੂ ਕਲਗੀਧਰ ਪਾਤਸ਼ਾਹ ਉਹਨਾਂ ਸਿੱਖਾਂ ਵੱਲੋਂ ਤੇ ਪਰਿਵਾਰ ਵੱਲੋਂ ਮਹਾਰਾਜ ਸਾਹਿਬ ਜੀ ਉਪਰਾਮ ਹੋ ਗਏ, ਉਦਾਸ ਹੋਏ ਹਨ। ਤਜਿਓ ਸਨੇਹ
ਜਾਨ ਦੁਖ ਰਾਸ। ਕਿ ਜਿਨ੍ਹਾਂ ਨੇ ਦੁੱਖ ਜਾਣ ਕਰਕੇ, ਭੁੱਖ ਦਾ ਦੁੱਖ ਬਹੁਤਾ ਜਾਣ ਕਰਕੇ ਸਾਡਾ ਸਨੇਹ ਛੱਡ ਦਿੱਤਾ ਹੈ। ਮਹਾਰਾਜ ਸਾਹਿਬ ਜੀ ਇਹ ਕੁਝ ਉਪਰਾਮ ਹੋਏ ਹਨ ਉਹਨਾਂ ਸਿੱਖਾਂ ਦੇ ਵੱਲੋਂ। ਚੱਲਿਓ ਚਹਿਤ ਤਜ ਕਰ ਧਨ ਧਾਮੋ। ਹੁਣ ਗਰੀਬ ਨਵਾਜ ਸਾਹਿਬ ਜੀ ਜਾਣਾ ਚਾਹੁੰਦੇ ਆ ਆਪਣਾ ਘਰ, ਆਪਣਾ ਧਨ ਤੇ ਆਪਣਾ ਧਾਮ ਛੱਡ ਕੇ। ਧਨ ਤੇ ਸਾਰਾ ਮਹਾਰਾਜ ਨੇ ਰੋੜ ਹੀ ਦਿੱਤਾ ਵਾ, ਅੱਗ ਲਵਾ ਦਿੱਤੀ ਮਹਾਰਾਜ ਨੇ ਤੰਬੂਆਂ ਨੂੰ ਤੇ ਬਸਤਰਾਂ ਨੂੰ, ਤੇ ਘਰ ਆਪਣਾ ਛੱਡ ਕਰਕੇ ਹੁਣ ਮਹਾਰਾਜ ਚੱਲੇ। ਆਪਣਾ ਨਗਰ ਵਸਾਇਆ, ਆਪਣਾ ਘਰ ਜਿਹੜਾ ਬਣਾਇਆ ਉਹ ਘਰ ਛੱਡ ਕਰਕੇ ਮਹਾਰਾਜ ਸਾਹਿਬ ਜੀ ਚੱਲੇ ਆ। ਉਂਝ ਸਤਿਗੁਰਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਵਿੱਚ ਔਰ ਦਸਮ ਪਾਤਸ਼ਾਹ ਜੀ ਨੇ ਜੋ ਆਪਣੇ ਕੰਠ ਤੋਂ ਬਾਣੀ ਉਚਾਰਨ ਕੀਤੀ, ਉਸ ਬਾਣੀ ਵਿੱਚ ਥਾਂ ਥਾਂ ਤੇ ਇਹ ਗੱਲ ਮਹਾਰਾਜ ਨੇ ਸਮਝਾਈ ਆ ਵੀ ਸਿੱਖਾ ਠੀਕ ਆ ਵੀ ਆਪਾਂ ਜਨਮ ਲੈ ਕਰਕੇ ਆਏ ਆ ਇਸ ਸੰਸਾਰ ਵਿੱਚ, ਆ ਇੱਟਾਂ ਵੱਟਿਆਂ ਦੇ ਘਰ ਵਿੱਚ ਆਪਾਂ ਆਪਣਾ ਜੀਵਨ ਬਸਰ ਕਰ ਰਹੇ ਆ, ਪਰ ਇਹ ਤੇਰਾ ਘਰ ਨਹੀਂ। ਆ ਵੀ ਇੱਕ ਪਿੰਡ, ਇਹਨੂੰ ਵੀ ਪਿੰਡ ਆਖਿਆ, ਇੱਕ ਉਹਨੂੰ ਵੀ ਪਿੰਡ ਕਿਹਾ ਜਾਂਦਾ ਜਿਨ੍ਹਾਂ ਪਿੰਡਾਂ 'ਚ ਆਪਾਂ ਰਹਿੰਦੇ ਆ। ਹਰੇਕ ਸ਼ਹਿਰ ਦਾ ਵੱਖਰਾ ਨਾਮ, ਜਿਵੇਂ ਇਹਦਾ ਨਾਮ ਸੁਲਤਾਨਪੁਰ ਲੋਧੀ, ਤੇ ਇਸ ਸੁਲਤਾਨਪੁਰ ਲੋਧੀ ਵਿੱਚ ਬਣੇ ਹੋਏ ਘਰ ਜਿਹੜੇ ਇੱਟਾਂ ਵੱਟਿਆਂ ਦੇ, ਉਹਨਾਂ ਨੂੰ ਵੀ ਘਰ ਕਿਹਾ ਜਾਂਦਾ। ਤੇ ਜਿਹੜਾ ਬੱਝਾ ਹੋਇਆ ਪਿੰਡ ਉਹਨੂੰ ਪਿੰਡ ਕਿਹਾ ਜਾਂਦਾ। ਵੱਡੇ ਨੂੰ ਸ਼ਹਿਰ ਕਹਿ ਦਿੰਦੇ, ਛੋਟੇ ਨੂੰ ਨਗਰ ਤੇ ਪਿੰਡ ਕਹਿ ਦਿੰਦੇ। ਤੇ ਪਿੰਡ ਗੁਰਬਾਣੀ ਵਿੱਚ ਸਰੀਰ ਨੂੰ ਵੀ ਪਿੰਡ ਆਖਿਆ ਵੀ ਜਿਸ ਪਿੰਡ ਵਿੱਚ ਤੇਰਾ ਘਰ ਵਾ ਨਾ, ਉਹ ਪਿੰਡ ਵੀ ਤੂੰ ਛੱਡ ਕੇ ਚਲੇ ਜਾਣਾ ਇੱਕ ਦਿਨ। ਉਹ ਘਰ ਵੀ ਇੱਟਾਂ ਵੱਟਿਆਂ ਵਾਲਾ ਛੱਡ ਕੇ ਚਲੇ ਜਾਣਾ। ਤੇ ਜਿਸ ਪਿੰਡ ਵਿੱਚ ਤੇਰੀ ਰੂਹ ਵਸਦੀ ਆ, ਸਰੀਰ ਇੱਕ ਪਿੰਡ ਆ ਨਾ, ਇਹ ਵੀ ਇੱਕ ਘਰ ਵਾ, ਇਸ ਪਿੰਡ ਨੂੰ ਵੀ ਤੂੰ ਛੱਡ ਕੇ ਚਲੇ ਜਾਣਾ। ਇਹਨੂੰ ਵੀ 4 ਜਾਣੇ ਚੁੱਕ ਕੇ ਸ਼ਮਸ਼ਾਨ ਘਾਟ 'ਚ ਲੈ ਕੇ ਜਾਣਗੇ। ਗੁਰਬਾਣੀ ਚਾਹੁੰਦਾ ਨਾ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦਾ ਕੰਨ, ਕੰਨ ਕਹਿੰਦੇ ਮੋਢੇ ਨੂੰ, ਵੇਖੋ 4 ਜਾਣਿਆਂ ਦੇ ਮੋਢੇ ਤੇ ਜਾ ਰਿਹਾ। ਇਹਦੇ ਵਿੱਚੋਂ ਨਿਕਲ ਗਿਆ, ਰਹਿ ਗਿਆ ਇਹ ਪਿੰਡ ਕੱਲਾ। ਇਸ ਕਰਕੇ ਮਹਾਰਾਜ ਨੇ ਆਖਿਆ ਨਾ, ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਜੀਓ ਜਿੰਦ ਵੀ ਵਾਹਿਗੁਰੂ ਨੇ ਦਿੱਤੀ ਤੇ ਪਿੰਡ ਸਰੀਰ ਵੀ ਉਹਨੇ ਹੀ ਦਿੱਤਾ, ਪਰ ਇਹ ਸਰੀਰ ਛੱਡ ਕੇ ਜਾਣਾ ਇੱਕ ਦਿਨ। ਇਹ ਜਿਹੜਾ ਘਰ ਹੈ, ਕੋਠੀਆਂ ਘਰ ਮਕਾਨ, ਇਹ ਵੀ ਇੱਕ ਦਿਨ ਛੱਡ ਕੇ ਜਾਣਾ। ਇਸ ਕਰਕੇ ਗਰੀਬ ਨਵਾਜ ਕਹਿੰਦੇ ਜਿੱਥੇ ਜਾਣਾ, ਜਿਸ ਘਰ ਵਿੱਚ ਤੂੰ ਜਾਣਾ ਨਾ, ਉਸ ਘਰ ਦਾ ਵੀ ਚੇਤਾ ਕਰਿਆ ਕਰ, ਉਸ ਘਰ ਬਾਰੇ ਵੀ ਸੋਚਿਆ ਕਰ। ਤੇ ਉਸ ਘਰ ਬਾਰੇ ਕਿੱਥੋਂ ਪਤਾ ਲੱਗੇਗਾ? ਮਹਾਰਾਜ ਕਹਿੰਦੇ ਗੁਰੂ ਕੇ ਸ਼ਬਦ ਨਾਲ ਪਤਾ ਲੱਗੇਗਾ। ਜਦੋਂ ਗੁਰੂ ਕੇ ਉਪਦੇਸ਼ ਨਾਲ ਜੁੜੇਗਾ, ਸ਼ਬਦ ਨਾਲ ਜੁੜੇਗਾ। ਡੱਡਾ ਡੇਰਾ ਇਹੋ ਨਹੀਂ, ਜਹ ਡੇਰਾ ਤਹ ਜਾਨ, ਉਹ ਡੇਰਾ ਕਾ ਸੰਜਮੋ, ਗੁਰ ਕੈ ਸ਼ਬਦ ਪਛਾਣ। ਗੁਰੂ ਕੇ ਸ਼ਬਦ ਨਾਲ ਉਸ ਡੇਰੇ ਨੂੰ ਤੂੰ ਸਮਝ ਸਕੇਗਾ, ਪਛਾਣ ਸਕੇਗਾ ਵੀ ਜਿਸ ਘਰ ਵਿੱਚ ਜਾਣਾ ਇਹ ਘਰ ਨਹੀਂ, ਘਰ ਛੱਡਣੇ ਰਹੇ ਨਾ ਕੋਈ, ਇਹ ਘਰ ਛੱਡ ਜਾਣੇ, ਇੱਥੇ ਕੋਈ ਨਹੀਂ ਰਵੇਗਾ। ਕਵੀ ਜੀ ਕਹਿੰਦੇ ਹੁਣ ਮਹਾਰਾਜ ਸਾਹਿਬ ਆਪਣਾ ਘਰ, ਆਪਣਾ ਧਨ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਚਾਹੁੰਦੇ ਹਨ। ਜਿਮ ਤਜ ਔਦ ਗਏ ਸ੍ਰੀ ਰਾਮ। ਜਿਵੇਂ ਕਹਿੰਦੇ ਅਯੁੱਧਿਆਪੁਰੀ ਨੂੰ, ਅਯੁੱਧਿਆਪੁਰੀ ਨੂੰ ਛੱਡ ਕੇ ਸ੍ਰੀ ਰਾਮਚੰਦਰ ਜੀ ਚਲੇ ਗਏ। ਕਹੋ ਕਹਾਂ ਲਗ ਗੁਰੂ ਵਡਾਈ। ਜਿਵੇਂ ਕਹਿੰਦੇ ਉਹ ਜੰਗਲ ਨੂੰ ਗਏ ਸੀ ਨਾ, ਅਯੁੱਧਿਆਪੁਰੀ ਨੂੰ ਛੱਡ ਕਰਕੇ, ਇਸ ਤਰ੍ਹਾਂ ਹੀ ਮਹਾਰਾਜ ਸਾਹਿਬ ਜੀ ਆਨੰਦਪੁਰ ਸਾਹਿਬ ਛੱਡ ਕੇ ਹੁਣ ਦੱਖਣ ਨੂੰ ਜਾਣਾ ਚਾਹੁੰਦੇ। ਕਵੀ ਜੀ ਕਹਿੰਦੇ ਕਹੋਂ ਕਹਾਂ ਲਗ ਗੁਰੂ ਵਡਾਈ, ਮੈਂ ਕਿੱਥੋਂ ਲੱਗ, ਕਿੱਥੋਂ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਡਿਆਈ ਕਥਨ ਕਰਾਂ। ਜਿਨ ਕੇ ਚਲਤ ਲਖੇ ਨਹਿ ਜਾਈ। ਜਿਸ ਸਤਿਗੁਰੂ ਅੰਮ੍ਰਿਤ ਦੇ ਦਾਤੇ ਦੇ ਕੌਤਕ ਜਾਣੇ ਹੀ ਨਹੀਂ ਜਾਂਦੇ, ਜਿਨ੍ਹਾਂ ਦੇ ਚਲਤ ਕੌਤਕ ਜਾਣੇ ਨਹੀਂ ਜਾਂਦੇ, ਸਮਝੇ ਨਹੀਂ ਜਾਂਦੇ। ਰਹਿਨ ਦੁਰਗ ਮਹਿ ਕਿਨੇ ਨ ਮਾਨਿਓ। ਤੋ ਜਿਸ ਵੇਲੇ ਕਿਲੇ ਵਿੱਚ ਰਹਿਣਾ ਕਿਸੇ ਨੇ ਨਹੀਂ ਮੰਨਿਆ ਹੈ, ਚੱਲੋ ਤਿਆਰ ਹਵੈ ਤਬੈ ਬਖਾਨਿਓ। ਤਾਂ ਫਿਰ ਮਹਾਰਾਜ ਨੇ ਬਚਨ ਕੀਤਾ ਹੈ ਵੀ ਭਾਈ ਤਿਆਰ ਹੋ ਜਾਓ ਸਾਰੇ, ਹੁਣ ਆਪਾਂ ਕਿਲਾ ਛੱਡ ਕੇ ਜਾਣਾ ਹੈ। ਸ਼ਾਹ ਗਰੇਸ਼ ਵਕੀਲ ਕਨੇਰੇ। ਤੇ ਬਾਦਸ਼ਾਹ ਤੇ ਇਸੇ ਤਰ੍ਹਾਂ ਗਰੇਸ਼ ਜਿਹੜੇ ਪਹਾੜੀ ਰਾਜੇ ਹਨ, ਬਾਦਸ਼ਾਹ ਦਾ ਵਕੀਲ ਤੇ ਪਹਾੜੀ ਰਾਜਿਆਂ ਦੇ ਵਕੀਲ ਜਿਹੜੇ ਬਹੁਤੇ ਆਏ ਹੋਏ ਸਨ। ਭੇਦ ਦੰਡ ਕਰ ਜਤਨ ਬੜੇਰੇ। ਜਿਨ੍ਹਾਂ ਨੇ
ਬਹੁਤ ਜ਼ਿਆਦਾ ਯਤਨ ਕੀਤਾ ਹੈ ਗੁਰੂ ਘਰ ਦੇ ਵਿੱਚ ਭੇਦ ਪਾਉਣ ਦਾ। ਭੇਦ ਮੈਨੇ ਫਰਕ ਪਾਉਣ ਦਾ, ਫੁੱਟ ਪਾਉਣ ਦਾ। ਮਾਤਾ ਜੀ ਨੂੰ ਬੇਨਤੀਆਂ ਇਸ ਤਰੀਕੇ ਨਾਲ ਕੀਤੀਆਂ, ਸਿੰਘਾਂ ਨੂੰ ਇਸ ਤਰੀਕੇ ਦੇ ਨਾਲ ਪ੍ਰੇਰਿਆ। ਤੇ ਫਿਰ ਦੰਡ ਵੀ ਦੰਡ ਦਾ ਜਿਹੜਾ ਦਰ ਹੈ, ਭੈ ਹੈ, ਉਹ ਵੀ ਦਿੱਤਾ ਵੀ ਬਹੁਤ ਵੱਡੀ ਫੌਜ ਹੈ ਜੀ, ਹਮਲਾ ਹੋ ਜਾਵੇਗਾ ਜੀ, ਇਸ ਤਰੀਕੇ ਦੇ ਨਾਲ। ਇਹ ਸਾਰੇ ਉਹਨਾਂ ਨੇ ਯਤਨ ਕੀਤੇ। ਗੁਰੂ ਅਭੁੱਲ ਮਨਾਏ ਨਿਕਸਨ। ਕਹਿੰਦੇ ਵੀ ਗੁਰੂ ਸਾਹਿਬ ਜੀ ਤੇ ਅਭੁੱਲ ਵਾ। ਕਵੀ ਜੀ ਕਥਨ ਕਰ ਰਹੇ ਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨਹੀਂ, ਵੀ ਇਹ ਨਹੀਂ ਆਪਾਂ ਕਹਿ ਸਕਦੇ ਵੀ ਗੁਰੂ ਗੋਬਿੰਦ ਸਿੰਘ ਜੀ ਭੁੱਲ ਗਏ। ਕਵੀ ਜੀ ਕਹਿੰਦੇ ਭਾਈ ਇਹ ਨਹੀਂ ਗੱਲ ਕਹਿਣੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਭੁੱਲ ਵਾ, ਉਹ ਕਦੀ ਨਹੀਂ ਭੁੱਲੇ ਤੇ ਨਾ ਉਹਨਾਂ ਨੂੰ ਕੋਈ ਭੁਲਾਉਣ ਵਾਲਾ ਹੀ ਆ। ਮਹਾਰਾਜ ਸਾਹਿਬ ਜੀ ਅਭੁੱਲ ਵਾ। ਸਾਰਾ ਸੰਸਾਰ ਭੁੱਲ ਸਕਦਾ ਵਾ, ਗੁਰੂ ਗੋਬਿੰਦ ਸਿੰਘ ਜੀ ਨਹੀਂ ਭੁੱਲ ਸਕਦੇ। ਨਾ ਗੁਰੂ ਗੋਬਿੰਦ ਸਿੰਘ ਜੀ ਭੁੱਲੇ ਆ, ਨਾ ਉਹ ਭੁੱਲ ਸਕਦੇ ਆ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਅਭੁੱਲ ਵਾ। ਪਰ ਮਨਾਏ ਸਿੰਘਾਂ ਨੇ ਜਦੋਂ ਬਦਾਵਾ ਦਿੱਤਾ, ਉਸ ਵੇਲੇ ਫਿਰ ਮਹਾਰਾਜ ਸਾਹਿਬ ਜੀ ਆਪ ਹੀ ਬਾਅਦ ਵਿੱਚ ਤਿਆਰੀ ਕਰ ਲਈ ਹੈ ਅਨੰਦਪੁਰ ਸਾਹਿਬ ਛੱਡਣ ਦੀ। ਉਹਨਾਂ ਸਿੰਘਾਂ ਨੂੰ ਤਾਂ ਮਹਾਰਾਜ ਨੇ ਕਹਿ ਦਿੱਤਾ ਵੀ ਲਿਖੋ ਬਦਾਵਾ ਤੇ ਜਾਓ ਭਾਈ। ਤੇ ਫਿਰ ਗਰੀਬ ਨਵਾਜ ਸਾਹਿਬ ਜੀ ਨੇ ਆਪ ਤਿਆਰੀ ਕੀਤੀ ਹੈ। ਕਹਿੰਦੇ ਵੀ ਅਭੁੱਲ ਗੁਰੂ ਸਾਹਿਬ ਜੀ ਨੂੰ ਮਹਾਰਾਜ ਸਾਹਿਬ ਜੀ ਨਹੀਂ ਭੁੱਲੇ। ਗਰੀਬ ਨਵਾਜ ਸੱਚੇ ਪਾਤਸ਼ਾਹ ਸਭ ਕੁਝ ਜਾਣਦੇ ਆ, ਪਰ ਮਹਾਰਾਜ ਨੇ ਜੋ ਕੌਤਕ ਕਰਨਾ ਹੈ, ਜੋ ਇਹ ਲੀਲਾ ਰਚਣੀ ਹੈ, ਉਹਨੂੰ ਸਭ ਕੁਝ ਜਾਣਦਿਆਂ ਹੋਇਆਂ ਆਪ ਹੁਣ ਤਿਆਰੀ ਕੀਤੀ ਹੈ ਅਨੰਦਪੁਰ ਸਾਹਿਬ ਛੱਡਣ ਦੀ। ਮਾਤ ਖਾਲਸੇ ਕੋ ਕਹਿਬੋ ਮਨ। ਤੇ ਗਰੀਬ ਨਵਾਜ ਸਾਹਿਬ ਜੀ ਨੇ ਮਾਤਾ ਜੀ ਦਾ ਅਤੇ ਖਾਲਸੇ ਦਾ ਕਹਿਣਾ ਮੰਨ ਕਰਕੇ ਫਿਰ ਗਰੀਬ ਨਵਾਜ ਸਾਹਿਬ ਜੀ ਨੇ ਇਹ ਆਨੰਦਗੜ੍ਹ ਦਾ ਕਿਲ੍ਹਾ ਛੱਡਣ ਦੀ ਤਿਆਰੀ ਕੀਤੀ ਹੈ। ਤੇ ਫਿਰ ਸਾਰੇ ਸਿੰਘਾਂ ਦੇ ਸਮੇਤ ਮਹਾਰਾਜ ਸਾਹਿਬ ਜੀ ਨੇ ਜਿਵੇਂ ਕਿਲ੍ਹਾ ਛੱਡਿਆ ਹੈ, ਜਿਵੇਂ ਹਮਲਾ ਹੋਇਆ ਹੈ, ਉਹ ਅਗਲੇ ਪ੍ਰਸੰਗਾਂ ਵਿੱਚ ਸਾਧ ਸੰਗਤ ਜੀ ਸਾਰਾ ਜ਼ਿਕਰ ਆਵੇਗਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਇਤਿਹਾਸ ਦੀ ਕਥਾ ਵਿਚਾਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ